ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਵਨ ਜਾਂਦੇ ਨਾ ਡਰਾਂ, ਜਿਸਿਉ ਪ੍ਰੀਤ ਨ ਜਾਏ। ਹਰਿਦਾ ਕੀਤੀ ਜੋ ਵਨ ਪ੍ਰੀਤ ਬਿਨ, ਸੁਖ ਗਏ ਕੁਮਲਾਈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਸੋਹੀ ਬਾਣੀ ਸੇਖ ਫਰੀਦ ਜੀ ਕੀ। ਤਪ ਤਪ ਲੋਹੇ ਹਾਥ ਮਰੋਰੋਂ, ਬਾਵਲ ਹੋਈ ਸੋ ਸਹਿ ਲੋਰੋਂ। ਤੈਸਹਿ ਮਨ ਮੈਂ ਕੀਆ ਰੋਸ, ਮੁਝ ਅਵਗਨ ਸਹਿ ਨਾਹੀ ਦੋਸ। ਤੈ ਸਾਹਿਬ ਕੀ ਮੈਂ ਸਾਰ ਨ ਜਾਨੀ, ਜੋ ਵਨ ਖੋਏ ਪਾਛੈ ਪਛਤਾਨੀ। ਰਹਾਉ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕੇ ਹੋਂ ਬਿਰਹੈ ਜਾਲੀ। ਫਿਰੈ ਵਿਹੂਨ ਕਤੈ ਸੁਖ ਪਾਏ, ਜਾ ਹੋਏ ਕਿਰਪਾਲ ਤਾ ਪ੍ਰਭੂ ਮਿਲਾਏ। ਵਿਧਣ ਖੋਈ ਮੁੰਦ ਇਕੇਲੀ, ਨਾ ਕੋ ਸਾਥੀ ਨਾ ਕੋ ਬੇਲੀ। ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਜਾਂ ਫਿਰ ਦੇਖਾਂ ਤਾ ਮੇਰਾ ਅੱਲਾਹ ਬੇਲੀ। ਵਾਟ ਹਮਾਰੀ ਖਰੀ ਉਡੀਨੀ, ਖਨਿਓ ਤਿੱਖੀ ਬਹੁਤ ਪੀਨੀ। ਉਸ ਊਪਰ ਹੈ ਮਾਰਗ ਮੇਰਾ, ਸੇਖ ਫਰੀਦਾ ਪੰਥ ਸਮਾਰ ਸਵੇਰਾ। ਵਾਟ ਹਮਾਰੀ ਖਰੀ ਉਡੀਨੀ, ਖਨਿਓ ਤਿੱਖੀ ਬਹੁਤ ਪੀਨੀ। ਉਸ ਊਪਰ ਹੈ ਮਾਰਗ ਮੇਰਾ, ਸੇਖ ਫਰੀਦਾ ਪੰਥ ਸੰਵਾਰ ਸਵੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ। शब्द गुरु बाणी के बोहित, धन धन श्री गुरु ग्रंथ साहब महाराज जी की पावन हजूरी विच सुभाईमान होए बैठे गुरु प्यारे, गुरु सवारे सतसंगी जनों। सतगुरां जी की अपार कृपा सदका
ਅਸਥਾਨ ਤੇ ਭਗਤਾਂ ਦੀ ਬਾਣੀ ਨੂੰ ਵਿਚਾਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਭਗਤਾਂ ਦੀ ਉਚਾਰਨ ਕੀਤੀ ਹੋਈ ਰੱਬੀ ਬਾਣੀ, ਜਿਸ ਦੀ ਲੜੀਵਾਰ ਵਿਚਾਰ ਇਸ ਸਥਾਨ ਤੇ ਚੱਲ ਰਹੀ ਹੈ। ਵਿਚਾਰ ਅਧੀਨ ਅੱਜ ਦਾ ਪਾਵਨ ਸ਼ਬਦ ਰਾਗ ਸੋਹੀ ਵਿੱਚ ਬਾਬਾ ਸ਼ੇਖ ਫਰੀਦ ਜੀ ਦੀ ਉਚਾਰਨ ਕੀਤੀ ਹੋਈ ਇਹ ਅੰਮ੍ਰਿਤਮਈ ਬਾਣੀ ਹੈ। ਪਾਵਨ ਅੰਕ 794 ਦੇ ਵਿੱਚ ਅੰਕ ਤੇ ਇਹ ਸ਼ਬਦ ਦਰਜ ਹੈ। ਆਓ ਇਸ ਸ਼ਬਦ ਦੇ ਰਾਹੀਂ ਭਗਤ ਬਾਬਾ ਸ਼ੇਖ ਫਰੀਦ ਜੀ ਸਾਨੂੰ ਇਹ ਗੱਲ ਸਮਝਾਉਣਾ ਚਾਹੁੰਦੇ ਹਨ ਕਿ ਜਿਹੜਾ ਵੇਲਾ ਹੈ ਉਹ ਵੇਲਾ ਆਪਾਂ ਸੰਭਾਲ ਲਈਏ। ਜਦੋਂ ਵੀ ਸਾਨੂੰ ਸਮਝ ਆਏ, ਜਦੋਂ ਵੀ ਅਸੀਂ ਜਾਗੀਏ, ਤਾਂ ਸਾਨੂੰ ਉਹ ਵੇਲਾ ਖੁੰਝਾਉਣਾ ਨਹੀਂ ਚਾਹੀਦਾ। ਪਤਾ ਨਹੀਂ ਕਦੋਂ ਉਹ ਸਮਾਂ ਲੰਘ ਜਾਣਾ, ਫਿਰ ਸਾਡੇ ਹੱਥ ਨਹੀਂ ਲੱਗਣਾ। ਫਿਰ ਕੇਵਲ ਪਛਤਾਵਾ ਹੋਵੇਗਾ ਕਿ ਅਸੀਂ ਸੰਸਾਰ ਦੇ ਵਿੱਚ ਜਿਸ ਪਰਮੇਸ਼ਰ ਦੇ ਨਾਲ ਮਿਲਣ ਵਾਸਤੇ ਆਏ ਉਸ ਦੇ ਨਾਲੋਂ ਵਿਛੜੇ ਹੀ ਰਹੇ, ਸਾਡਾ ਮਿਲਾਪ ਨਹੀਂ ਹੋਇਆ। ਸੋ ਆਓ ਜੋ ਵਚਨ ਅੱਜ ਦੇ ਸਾਡੇ ਨਾਲ ਸਾਂਝੇ ਕਰ ਰਹੇ ਨੇ ਭਗਤ ਜੀ, ਇਹਨਾਂ ਪਾਵਨ ਵਚਨਾਂ ਦੀ ਵਿਚਾਰ ਤੁਹਾਡੇ ਨਾਲ ਸਾਂਝੀ ਕਰਨੀ ਹੈ। ਮਨੋਬਰਤੀਆਂ ਸਾਰੇ ਇਕਾਗਰ ਕਰੋ ਜੀ। ਪ੍ਰੇਮ ਸਹਿਤ ਗੁਰਮੰਤਰ ਦੀ ਸਾਂਝ ਕਰੋ। ਸਾਹਿਬਾਂ ਨੂੰ ਝੁਕਾਓ ਸੀਸ, ਪਿਆਰ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਸਤਨਾਮ ਸ੍ਰੀ ਵਾਹਿਗੁਰੂ। ਆਖਣ ਲਗੇ ਬਾਬਾ ਸ਼ੇਖ ਫਰੀਦ ਜੀ, ਤੈਂ ਸਾਹਿਬ ਕੀ ਮੈਂ ਸਾਰ ਨ ਜਾਣੀ, ਜੋਬਨ ਖੋਏ ਪਾਛੈ ਪਛਤਾਨੀ ਰਹਾਉ। ਇਹ ਸ਼ਬਦ ਦਾ ਕੇਂਦਰੀ ਭਾਵ ਹੈ। ਆਖਣ ਲਗੇ, ਹੇ ਮੇਰੇ ਸਾਹਿਬ, ਹੇ ਮੇਰੇ ਮਾਲਕ, ਮੈਂ ਤੇਰੀ ਕਦਰ ਨਾ ਜਾਣੀ। ਆਓ ਕਿ ਇਹ ਜੀਵਨ ਮਿਲਿਆ ਸੀ ਕਿ ਅਸੀਂ ਅਕਾਲ ਪੁਰਖ ਵਾਹਿਗੁਰੂ ਦੀ ਕਦਰ ਕਰਦੇ, ਉਹਦਾ ਸਤਿਕਾਰ ਕਰਦੇ, ਜਿਸ ਨੇ ਸਾਨੂੰ ਇਹ ਸੰਸਾਰ ਦਿਖਾਇਆ, ਸਾਨੂੰ ਸੰਸਾਰ ਦੀਆਂ ਇਹ ਸਾਰੀਆਂ ਵਸਤੂਆਂ ਮਾਨਣ ਵਾਸਤੇ ਦਿੱਤੀਆਂ। ਪਰ ਜਿਸ ਨੇ ਸਭ ਕੁਝ ਦਿੱਤਾ, ਸਤਿਗੁਰੂ ਕਹਿਣ ਲੱਗੇ, ਕਹਿੰਦੇ ਮੈਂ ਹੇ ਸਾਹਿਬ ਤੇਰੀ ਸਾਰ ਨੂੰ ਨਹੀਂ ਜਾਣਿਆ, ਤੇਰੀ ਮੈਂ ਕਦਰ ਨਹੀਂ ਕੀਤੀ। ਹੋਇਆ ਕਿ ਕਹਿਣ ਲੱਗੇ, ਜੋਬਨ ਖੋਏ ਪਾਛੈ ਪਛਤਾਨੀ। ਕਹਿੰਦੇ ਜਵਾਨੀ ਦਾ ਵੇਲਾ ਗਵਾ ਕੇ ਹੁਣ ਪਿੱਛੋਂ ਮੈਂ ਝੁਰ ਰਹੀ ਹਾਂ, ਪਛਤਾ ਰਹੀ ਹਾਂ ਕਿ ਮੈਂ ਸਾਰਾ ਜੀਵਨ ਤੇਰੀ ਯਾਦ ਤੋਂ ਬਿਨਾਂ ਖੁੰਝਾ ਦਿੱਤਾ, ਤੇਰੀ ਪੂਰੀ ਜ਼ਿੰਦਗੀ ਕਦਰ ਨਹੀਂ ਕੀਤੀ। ਪਿਆਰ ਵਾਲਿਓ, ਸੱਚ ਜਾਣਨਾ, ਕਿਤੇ ਆਪਾਂ ਨੇੜੇ ਹੋ ਕੇ ਵੇਖੀਏ ਨਾ ਅਕਾਲ ਪੁਰਖ ਵਾਹਿਗੁਰੂ ਜੀ ਨੂੰ, ਤਾਂ ਉਸਨੇ ਸਾਡੇ ਉੱਤੇ ਬੜਾ ਪਰਉਪਕਾਰ ਕੀਤਾ, ਸਾਨੂੰ ਇਹ ਜੀਵਨ ਪ੍ਰਦਾਨ ਕੀਤਾ। ਐਸਾ ਜੀਵਨ ਜਿਸ ਜੀਵਨ ਨੂੰ ਸਾਰੀਆਂ ਜੂਨਾਂ ਦਾ ਸਰਦਾਰ ਕਿਹਾ ਜਾਂਦਾ ਹੈ। ਇਹਨੂੰ ਮਹਾਰਾਜ ਕਹਿੰਦੇ, ਅਵਰ ਜੂਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। ਇਸ ਧਰਤੀ ਦਾ ਤੂੰ ਸਰਦਾਰ ਹੈ। ਔਰ ਕੇਵਲ ਸਰਦਾਰੀ ਹੀ ਨਹੀਂ, ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ ਕਿ ਇਹ ਜੀਵਨ ਬਖਸ਼ਿਸ਼ ਕਰਕੇ ਉਸਨੇ ਬੜਾ ਪਰਉਪਕਾਰ ਕੀਤਾ। ਨਾਲ ਇਸ ਜੀਵਨ ਨੂੰ ਜੀਣ ਵਾਸਤੇ ਸਾਨੂੰ ਸਾਰੀਆਂ ਚੀਜ਼ਾਂ ਬਖਸ਼ਿਸ਼ ਕੀਤੀਆਂ। ਮੈਂ ਕਈ ਵਾਰੀ ਸੋਚਦਾ, ਕੇਵਲ ਆਪਾਂ ਰੋਟੀ ਦੇ ਪ੍ਰਬੰਧ ਵਾਸਤੇ ਦਿਨ ਰਾਤ ਦੌੜਦੇ ਹਾਂ। ਜੇ ਸਾਰੀਆਂ ਚੀਜ਼ਾਂ ਸਾਨੂੰ ਮੁੱਲ ਲੈਣੀਆਂ ਪੈਂਦੀਆਂ, ਹਵਾ ਮੁੱਲ, ਪਾਣੀ ਮੁੱਲ, ਔਰ ਜੋ ਸਾਡੇ ਸਰੀਰ ਵਿੱਚ ਜਿਤਨੇ ਵੀ ਚੀਜ਼ਾਂ ਉਸ ਰੱਬ ਨੇ ਪਾਈਆਂ, ਜੇ ਸਭ ਕੁਝ ਸਾਨੂੰ ਖਰੀਦਣਾ ਪੈਂਦਾ, ਸੂਰਜ ਦੀ ਜਿਹੜੀ ਗਰਮਾਸ਼ ਸਾਨੂੰ ਖਰੀਦਣੀ ਪੈਂਦੀ, ਕੁਦਰਤ ਦੇ ਵਿੱਚ ਇਹ ਰੁੱਤਾਂ ਸਾਨੂੰ ਖਰੀਦਣੀਆਂ ਪੈਂਦੀਆਂ, ਸਾਡਾ ਜੀਣਾ ਕਿੰਨਾ ਔਖਾ ਹੋ ਜਾਣਾ ਸੀ। ਕੱਲੀ ਰੋਟੀ ਵਾਸਤੇ ਅਸੀਂ ਦਿਨ ਰਾਤ ਇੱਕ ਕਰ ਦਿੰਦੇ ਹਾਂ, ਤਾਂ ਵੀ ਸਾਡੀ ਪੂਰੀ ਨਹੀਂ ਪੈਂਦੀ। ਅਸੀਂ ਕਹਿੰਦੇ ਸਾਡੀ ਪੂਰੀ ਨਹੀਂ ਪੈ ਰਹੀ। ਫਿਰ ਬਾਕੀ ਚੀਜ਼ਾਂ ਜਿਹੜੀਆਂ ਅਕਾਲ ਪੁਰਖ ਸਾਨੂੰ ਦੇ ਰਿਹਾ,
ਬਾਬਾ ਫਰੀਦ ਜੀ ਕਹਿੰਦੇ ਤੂੰ ਅਕਾਲ ਪੁਰਖ ਵਾਹਿਗੁਰੂ ਦੀ ਕਦੀ ਕਦਰ ਹੀ ਨਹੀਂ ਜਾਣੀ, ਜਿਸ ਨੇ ਤੈਨੂੰ ਇਤਨਾ ਕੁਛ ਸੰਸਾਰ ਵਿੱਚ ਦਿੱਤਾ ਹੈ। ਦੇਖੋ ਨਾ ਪਿਆਰ ਵਾਲਿਓ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਅਕਾਲ ਪੁਰਖ ਨੇ ਕਿਤਨਾ ਤਰਸ ਕੀਤਾ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵੇ ਧਰਤੀ ਥਾਪ ਰੱਖੀ ਧਰਮਸਾਲ। ਇਹ ਕੁਝ ਸਾਨੂੰ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ਿਸ਼ ਕੀਤਾ ਹੈ। ਰਾਤਾਂ ਰੁੱਤਾਂ ਥਿੱਤ ਵਾਰ ਪਵਨ ਪਾਣੀ, ਇਹ ਸਾਰਾ ਕੁਝ ਰੱਬ ਨੇ ਪ੍ਰੋਵਾਈਡ ਕਰਾਇਆ। ਰਹਿਣ ਵਾਸਤੇ ਧਰਤੀ ਦਿੱਤੀ। ਮਾਫ ਕਰਨਾ, ਅਸੀਂ ਸਾਰੀ ਧਰਤੀ ਤੇ ਜਿੱਥੇ ਤੁਰ ਰਹੇ ਹਾਂ ਨਾ, ਉਹਦਾ ਸਾਰੀ ਦਾ ਟੈਕਸ ਥੋੜ੍ਹੀ ਭਰ ਰਹੇ ਹਾਂ। ਜੇ ਸਾਰੀ ਧਰਤੀ ਤੇ ਆਪਾਂ ਘੁੰਮ ਰਹੇ ਹਾਂ, ਉਹਦਾ ਸਭ ਦਾ ਥੋੜ੍ਹੀ ਅਸੀਂ ਹਰਜਾਨਾ ਭਰ ਰਹੇ ਹਾਂ। ਰੱਬ ਨੇ ਸਾਨੂੰ ਇਹ ਸਪੇਸ ਖਾਲੀ ਥਾਂ ਦਿੱਤੀ। ਕਿਤੇ ਵਿਚਾਰ ਕਰੋ ਨਾ ਇਹਨਾਂ ਸਾਰੀਆਂ ਚੀਜ਼ਾਂ ਦਾ, ਜੇ ਸਾਨੂੰ ਕੁਝ ਦੇਣਾ ਹੁੰਦਾ ਤੇ ਸਾਡਾ ਜੀਵਨ ਕਿੱਦਾਂ ਦਾ ਹੁੰਦਾ। ਇਸ ਕਰਕੇ ਸਤਿਗੁਰੂ ਕਹਿੰਦੇ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਦਰ ਕਰਿਆ ਕਰ। ਕਿਉਂਕਿ ਜਦੋਂ ਅਸੀਂ ਜਵਾਨੀ ਵਿੱਚ ਹੁੰਦੇ ਹਾਂ, ਸਾਡੇ ਕੋਲ ਖਾਣ ਪਹਿਨਣ ਵਾਸਤੇ ਪਦਾਰਥ ਹੰਡਾਉਣ ਵਾਸਤੇ ਹੁੰਦੇ ਨੇ, ਤਾਂ ਉਸ ਵੇਲੇ ਅਸੀਂ ਸੋਚਦੇ ਹਾਂ ਵੀ ਰੱਬ ਦੀ ਕੋਈ ਲੋੜ ਨਹੀਂ। ਪਰ ਇੱਕ ਸਮਾਂ ਆਉਂਦਾ ਹੈ, ਜਦੋਂ ਉਹ ਸਮਾਂ ਲੰਘ ਜਾਂਦਾ ਹੈ, ਉਸ ਤੋਂ ਬਾਅਦ ਸਮਝ ਆਉਂਦੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਨੇ ਬੜੀ ਕਿਰਪਾ ਕੀਤੀ। ਔਰ ਫਿਰ ਕੇਵਲ ਪਛਤਾਵਾ ਹੁੰਦਾ ਹੈ ਕਿ ਕਾਸ਼ ਮੈਂ ਪਹਿਲਾਂ ਜਾਗ ਜਾਂਦਾ, ਪਹਿਲਾਂ ਜੀਵਨ ਨੂੰ ਇਸ ਪਾਸੇ ਲਾ ਲੈਂਦਾ ਜਿਸ ਅਕਾਲ ਪੁਰਖ ਨੇ ਇਹ ਜੀਵਨ ਬਖਸ਼ਿਆ। ਮੈਂ ਕਈ ਵਾਰੀ ਸੋਚਦਾ, ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਵੀ ਮਹਾਰਾਜ ਨੇ ਲਿਖਿਆ, ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜੀਓ ਪਿੰਡ ਥਾ ਦੀਆ, ਤਿਨ ਕੀ ਭਾਉ ਭਗਤ ਨਾ ਸਾਧੀ। ਹੈ ਅਕਾਲ ਪੁਰਖ, ਅਸੀਂ ਕਿਹੋ ਜਿਹੇ ਗੁਨਾਹਗਾਰ ਹਾਂ, ਅਪਰਾਧੀ ਹਾਂ, ਜਿਸ ਰੱਬ ਨੇ ਇਹ ਜਿੰਦ ਇਹ ਪਿੰਡ ਦਿੱਤਾ, ਉਹਦੀ ਪ੍ਰੇਮਾ ਭਗਤੀ ਨਹੀਂ ਕੀਤੀ। ਕਦੀ ਆਪਣੇ ਸਰੀਰ ਨਾਲ ਗੱਲ ਕਰਿਆ ਕਰੋ ਕਿ ਇਹ ਸਰੀਰਾ ਮੇਰੇ ਆ, ਇਸ ਜਗ ਮੈਂ ਆਏ ਕਹਿ ਕਿਆ, ਤੁਧ ਕਰਮ ਕਮਾਇਆ ਕਿ ਕਰਮ ਕਮਾਇਆ, ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਜਿਹਨੇ ਤੇਰੀ ਰਚਨਾ ਕੀਤੀ ਉਹਨੂੰ ਤੂੰ ਮਨ 'ਚ ਹੀ ਨਹੀਂ ਵਸਾਇਆ, ਜਿਹਨੇ ਤੈਨੂੰ ਸਾਜਿਆ। ਦੇਖੋ ਨਾ ਅਕਾਲ ਪੁਰਖ ਵਾਹਿਗੁਰੂ ਨੇ ਕਿਤਨਾ ਸੋਹਣਾ ਸਰੀਰ ਬਣਾਇਆ। ਸੁਖਮਨੀ ਸਾਹਿਬ ਪੜ੍ਹੋ ਨਾ, ਮਹਾਰਾਜ ਉੱਥੇ ਲਿਖਦੇ ਨੇ, ਰਮਈਆ ਕੇ ਗੁਣ ਚੇਤ ਪ੍ਰਾਣੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿੰਤੂ ਸਾਜ ਸਵਾਰ ਸਿੰਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ, ਬਾਰ ਵਿਵਸਥਾ ਤੁਝੇ ਪਿਆਰੈ ਦੂਧ, ਪਰ ਜੋਬਨ ਭੋਜਨ ਸੁਖ ਸੂਦ, ਬਿਰਧ ਪਿਆ ਉਪਰ ਸਾਗ ਸੈਨ, ਮੁਖ ਅਪਿਆਓ ਬੈਠ ਕੋ ਦੈਨ। ਮਰ ਕਹਿੰਦੇ ਇਹ ਨਿਰਗੁਣ ਗੁਣ ਕਛੂ ਨਾ ਬੁਝੈ, ਬਖਸ਼ ਲਿਓ ਤੋ ਨਾਨਕ ਸੀਜੈ। ਕਹਿੰਦੇ ਨਿਰਗੁਣ ਯਾਰ ਇਹ ਜੀਵ ਇਹ ਬੁਝਦਾ ਹੀ ਨਹੀਂ। ਵੀ ਅਕਾਲ ਪੁਰਖ ਨੇ ਕਿਤਨਾ ਤਰਸ ਕੀਤਾ। ਇੱਕ ਵਿਦਵਾਨ ਕਹਿੰਦਾ ਹੈ, ਕਹਿੰਦੇ ਜਬ ਦਾਂਤ ਨਾ ਥੇ ਤਬ ਦੂਧ ਦਿਆ। ਤੇ ਰੱਬ ਨੇ ਪਰਉਪਕਾਰ ਕੀਤਾ ਨਾ, ਆਟੋਮੈਟਿਕ ਜਦੋਂ ਬੱਚਾ ਮਾਂ ਦੇ ਗਰਭ ਚੋਂ ਬਾਹਰ ਆਉਂਦਾ ਨਾ, ਉਸ ਵੇਲੇ ਦੰਦ ਨਹੀਂ ਹੁੰਦੇ, ਪਰ ਰੱਬ ਨੂੰ ਤਰਸ ਹੈ ਕਿ ਮਾਤਾ ਦੇ ਥਣਾਂ ਵਿੱਚ ਆਪੇ ਹੀ ਦੁੱਧ ਪਾ ਦਿੰਦਾ ਹੈ। ਇਹ ਉਸ ਦੀ ਕਿਰਪਾ ਹੈ, ਉਸ ਦੀ ਕਰੁਣਾ ਹੈ। ਉਹ ਕਹਿੰਦਾ ਹੈ ਵਿਦਵਾਨ, ਕਹਿੰਦੇ ਜਬ ਦਾਂਤ ਨਾ ਥੇ ਤਬ ਦੂਧ ਦੀਏ, ਕਹਿੰਦੇ ਅਬ ਦਾਂਤ ਦੀਏ ਕਿਆ ਰੋਜੀ ਨਾ ਦੇਗਾ। ਹੁਣ ਤੈਨੂੰ ਦੰਦ ਦਿੱਤੇ ਨੇ ਕਿ ਅਕਾਲ ਪੁਰਖ ਤੈਨੂੰ ਰੋਜੀ ਨਹੀਂ ਦੇਗਾ। ਤੂੰ ਹਰ ਵੇਲੇ ਉਸ ਰੋਜੀ ਦੀ ਚਿੰਤਾ 'ਚ ਲੱਗਿਆ ਰਹਿਣਾ ਹੈ, ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਚੇਤੇ ਨਹੀਂ ਕਰਦਾ, ਤੇ ਆਪਣੀ ਜ਼ਿੰਦਗੀ ਇਹ ਜਵਾਨੀ ਜਿਹੜੀ ਹੈ ਤੂੰ ਐਵੇਂ ਹੀ ਗਵਾਉਂਦਾ ਜਾ ਰਿਹਾ ਹੈ। ਇੱਕ ਦਿਨ ਤੈਨੂੰ ਪਛਤਾਵਾ ਕਰਨਾ ਪਏਗਾ। ਬਾਬਾ ਫਰੀਦ ਜੀ ਕਹਿਣ ਲੱਗੇ, ਕਹਿੰਦੇ ਹੁਣ ਮੈਨੂੰ ਪਛਤਾਵਾ ਹੁੰਦਾ ਹੈ, ਜਵਾਨੀ ਦਾ ਵੇਲਾ ਗਵਾ ਕੇ ਹੁਣ ਪਿੱਛੋਂ ਮੈਂ ਝੁਰ ਰਹੀ ਹਾਂ, ਪਛਤਾ ਰਹੀ ਹਾਂ। ਜੋਬਨ ਖੋਏ ਪਾਛੇ ਪਛਤਾਨੀ, ਜਵਾਨੀ ਗਵਾ ਕੇ ਪਛਤਾਵਾ ਹੈ ਕਿ ਮੈਂ ਜਵਾਨੀ ਵਿੱਚ ਉਸ ਰੱਬ ਦੀ ਬੰਦਗੀ ਕਰ ਸਕਦੀ ਸੀ ਪਰ ਕੀਤੀ ਨਹੀਂ। ਬਾਰ ਬਾਰ ਗੁਰਬਾਣੀ ਵਿੱਚ ਜਵਾਨੀ ਵਿੱਚ ਹੀ ਭਗਤੀ ਨੂੰ ਕਿਉਂ ਕਿਹਾ ਗਿਆ? ਦੇਖੋ ਨਾ, ਇੱਕ ਬੱਚਾ ਭਗਤੀ ਕਰ ਸਕਦਾ ਹੈ, ਪਰ ਉਸ ਦੇ ਵਿੱਚ ਬੜਾ ਇਆਨਾਪਣ ਹੈ। ਇੱਕ ਬੱਚੇ ਨੂੰ ਤੇ ਇਹ ਵੀ ਨਹੀਂ ਪਤਾ ਕਿ ਸਾਹਮਣੇ ਅੱਗ ਬਲ ਰਹੀ ਹੋਵੇ ਨਾ, ਤੇ ਉਹ ਕਈ ਵਾਰ ਲੱਕੜਾਂ ਨੂੰ ਜਾ ਕੇ, ਬਲਦੀਆਂ ਲੱਕੜਾਂ ਨੂੰ ਜਾ ਕੇ ਹੱਥ ਪਾ ਲੈਂਦਾ। ਉਹਨੂੰ ਨਹੀਂ ਸਮਝ ਹੈ ਵੀ ਇਹ ਅੱਗ ਮੈਨੂੰ ਸਾੜ ਕੇ ਰੱਖ ਦੇਗੀ, ਉਹਨੂੰ ਸੋਝੀ ਨਹੀਂ ਹੈ। ਪਰ ਜਵਾਨੀ ਦਾ ਵਕਤ ਇੱਕ ਐਸਾ ਜਿੱਥੇ ਕਿ ਮਨੁੱਖ ਹਰ ਪੱਖੋਂ ਸੁਚੇਤ ਹੈ। ਜਵਾਨੀ ਦਾ ਵਕਤ ਇੱਕ ਐਸਾ ਵਕਤ ਹੈ ਬੰਦੇ ਕੋਲ ਕਿ ਜਦੋਂ ਉਸਦੇ ਅੰਦਰ ਸਰੀਰ ਵਿੱਚ ਸੇਵਾ ਕਰਨ ਵਾਸਤੇ ਜਾਨ ਹੈ, ਸਿਮਰਨ ਕਰਨ ਵਾਸਤੇ ਉਸਦੇ ਸਰੀਰ ਵਿੱਚ ਬਲ ਹੈ।
और जितना असी जवानी विच जप तप कर सकते हाँ, सेवा सिमरन कर सकते हाँ, परोपकार कर सकते हाँ, इस शरीर नूं जितना जवानी विच असी कमा सकते हाँ, उतना होर किसी उम्र दे विच नहीं हो सकता। पर साडी हालत तो ऐसी है कि 12 वर्ष बालपन बीते, 20 वर्ष का तप न कियो, 30 वर्ष का देव न पूजा, फिर पछताना विरध पयो, मेरी मेरी करते जन्म पयो। इस तरह ही मेरी मेरी करदे सारा जन्म जिहड़ा है वो असीं गवा लैंदे हाँ। बाबा फरीद जी कहते हुण मैनूं पछतावा हो रहा है। भावें एक गल मैं बेनती करा, बाबा फरीद जी बचपन दे विच ही अकाल पुरख वाहिगुरू दी बंदगी जुड़ गए सन, पर सानूं समझाना है गल अपने पिंडे ते लैके कर रहे हैं। जदों महापुरख लोग समझाते हैं ना, वो दूजे वल उंगल नहीं करते, वो अपने वल कहते हैं भी मेरे विच दोष है, मेरे विच यो गुण है, ताकि लोग समझ सकन भी साडे विच कितने ओ गुण हैं, सानू संसार च की करना चाहिए। फिर कहन लगे तप तप लोहे लोहे हाथ मरोरूं, बाबल होई सो सै लोरूं। आखन लगे बाबा फरीद जी कहते तप 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 का अर्थ है बड़ी दुखी होके, लोए लोए हाथ मरोरूं, लोए लोए का अर्थ है बड़ी तड़प तड़प के मैं हुण हत्थ मल रही हाँ। पाओ कि मैं बड़ी दुखी होके बड़ी तड़प के मैं अपने हत्थ मल रही हाँ। पाओ कि मैं देख रही भी मेरे तो पल्ले कुछ भी नहीं पिया। पाओ कि जीवन तो गुजर गया, क्योंकि झपकी जरा आँख जवानी गुजर गई, बदली की छां थी इधर आई उधर गई। एक विद्वान कहता है जीवन है कि कहने तो बदली की छां वर्गा, जवानी इंज लंघ जाती जिवें बदली की छां लंघ जाती है ना, कुछ समय वास्ते आई तो फिर देखा तो बदली छां हटी तो फिर सूरज आ गया। इस तरह ये जीवन है। तो कहन लगे तब तब लोए लोए हाथ मरोरूं, बाबल होई सो सै लोरूं। आखन लगे बड़ी दुखी होके बड़ी तड़प तड़प के मैं हुण हत्थ मल रही हाँ, ते झल्ली होके हुण मैं उस खसम नूं लभदी फिरदी हाँ। बाबल बाबल दा अर्थ हुंदा झल्ली। आओ कि मैं बावल हो गई, मैं पागल हो गई, मैं झल्ली हो गई, झल्ली होके उस खसम परमात्मा नूं लभदी फिरदी हाँ। बाबल होई सो सह लोरों, सह दा अर्थ खसम अकाल पुरख वाहिगुरू, लोरो दा अर्थ हुंदा मैं लभदी हाँ। ते नाल कहन लगे तैं साहिब की, आखन लगे मैं बावल होके लभदी है, तैं सह मन में किया रोस, मुझ अवगन सह नाही दोष। बाबा जी कहन लगे कहते हे खसम प्रभु तेरा कोई दोष नहीं, तैसै मन में किया रोस। जे तेरे मन विच कोई रोस है ना, गिला है, तो वो मेरी गलती है, तेरा कोई दोष नहीं। मेरी इस भैड़ी हालत बारे कहते तेरा कोई दोष नहीं, मेरे विच ही औगुण हन। मुझ अवगण सह नाही दोष, कहते सह परमात्मा तेरे विच कोई दोष नहीं, मैं ही अवगुणा दी भरी हुई हाँ। प्यार वालों जदों असी अपने आप नूं इस ढंग दे नाल समझांगे ना भी सच्चे पातशाह मेरे विच औगुण ने, मेरे जीवन दे विच बेअंत खामियां हन, तो उस वेले साडा जीवन सफला होएगा। जदों बंदा सोचन लग पैंदा भी मैं गुणा नाल भरिया होया, मेरे विच तां बड़े गुण ने, उस वेले अकाल पुरख वाहिगुरू दी नज़र च कदी वो प्रवान नहीं हुंदा। इस करके साहिब कहते ने तैसै मन में किया रोस, मुझ अवगन सह नाही दोष। कहते हे परमात्मा तेरा कोई दोष नहीं, मेरे विच ही औगुण ने, ताई तू मेरे कहने मेरे नाल ना अपने मन विच मेरे नाल रोस कीता होया, तू मेरे नालों रुसिया होया है। बाबा फरीद जी कहते ने जीव आत्मा कह रही है कि हे अकाल पुरख वाहिगुरू तू मेरे नालों रुसिया होया है, तो और जे तू रुसिया होया उसका कारण तू आप नहीं। एक गल याद रखियो, जे परमेश्वर नाल साडी साँझ नहीं बनी, जे साडे जीवन विच सच प्रगट नहीं होया, तो उस दे विच अकाल पुरख दा कोई दोष नहीं। असी जदों भी रब नालों विछड़ते हैं ना, तो महाराज कहते किरत कर्म के विछड़े, कीते हुए कर्मा करके विछड़ते। सानू रब ने नहीं अपने नालों विछोड़िया, रब ने सानू दूर नहीं किया, साडे अपने ही कर्म हुंदे ने। ताई गुरबाणी कहती है कि दद्दै दोष न देऊं किसै, दोष कर्म अपने जो मैं किया सो मैं पाया, दोष न दीजै अवजना। जो मैं कर रहा हाँ वो मैं प्राप्त कर रहा, कोई होर नूं तू दोष ना दे, क्योंकि होर किसी का दोष है ही नहीं।
ਅਸਲ ਵਿੱਚ ਜਦੋਂ ਆਪਣੇ ਵੱਲ ਵੇਖਾਂਗੇ ਨਾ, ਇਸ ਕਰਕੇ ਹੀ ਤਾਂ ਭਗਤ ਕਬੀਰ ਸਾਹਿਬ ਜੀ ਨੇ ਬਚਨ ਕੀਤੇ, ਆਖਣ ਲਗੇ, ਹੇ ਅਕਾਲ ਪੁਰਖ ਵਾਹਿਗੁਰੂ, ਮੈਂ ਤੇਰੇ ਨਾਲ ਜੁੜਨਾ ਚਾਹੁੰਦਾ, ਪਰ ਤੂੰ ਇੱਕ ਕਿਰਪਾ ਕਰੀ ਕਿ ਮੇਰੇ ਵੱਲ ਆਪਣੀ ਨਿਗਾਹ ਰੱਖੀ, ਕਿਉਂਕਿ ਕਰਵਤ ਭਲਾ ਨਾ ਕਰਵੜ ਤੇਰੀ, ਲਾਗ ਗਲੇ ਸੁਨ ਬੇਨਤੀ ਮੇਰੀ, ਹੋਂ ਵਾਰੀ ਮੁਖ ਫੇਰ ਪਿਆਰੇ, ਕਰਵਤ ਦੇ ਮੋਕੋ ਕਾਹੇ ਕੋ ਮਾਰੇ, ਸਿਰ ਤੇ ਆਰਾ ਚਲ ਜਾਏ ਚੰਗਾ ਹੈ, ਹੇ ਅਕਾਲ ਪੁਰਖ ਵਾਹਿਗੁਰੂ ਤੇਰੀ ਪਿੱਠ ਚੰਗੀ ਨਹੀਂ। ਭਗਤ ਕਬੀਰ ਸਾਹਿਬ ਕਹਿੰਦੇ, ਜੇ ਸਿਰ ਤੇ ਆਰਾ ਚਲ ਜਾਏ ਨਾ, ਉਹ ਪ੍ਰਵਾਨ ਹੈ ਮੈਨੂੰ, ਪਰ ਰੱਬ ਤੂੰ ਮੇਰੇ ਵੱਲ ਕੰਡ ਨਾ ਕਰੀ, ਮੇਰੇ ਵੱਲ ਪਿੱਠ ਨਾ ਕਰੀ, ਕਿਉਂਕਿ ਤੇਰੀ ਪਿੱਠ ਚੰਗੀ ਨਹੀਂ। ਆਪਣੀ ਪਿੱਠ ਦੇ ਕੇ ਮੈਨੂੰ ਕਿਉਂ ਮਾਰਨਾ ਹੈ? ਕਹੋ ਕਿ ਤੂੰ ਮੇਰੇ ਵੱਲ ਕਿਰਪਾ ਬਣਾਈ ਰੱਖ, ਕਿਉਂਕਿ ਅਵਗੁਣ ਤਾਂ ਮੇਰੇ ਵਿੱਚ ਨੇ। ਜੇ ਆਪ ਕਈ ਵਾਰੀ ਕੀ ਹੁੰਦਾ ਨਾ, ਸੰਸਾਰ ਵਿੱਚ ਵਿਚਰਦੇ ਹਾਂ, ਆਪਣੇ ਜੀਵਨ 'ਚ ਕੋਈ ਦੁੱਖ ਆ ਜਾਏ, ਕੋਈ ਪਰੇਸ਼ਾਨੀ ਹੋਵੇ, ਅਸੀਂ ਕਹਿੰਦੇ ਰੱਬ ਨੇ ਸਾਡੇ ਨਾਲ ਕੀ ਕੀਤਾ, ਕਿਹੜੇ ਜਨਮਾਂ ਦਾ ਵੈਰ ਹੈ ਰੱਬ ਦੇ ਨਾਲ, ਉਹ ਕਿਉਂ ਸਾਡੇ ਨਾਲ ਇੱਦਾਂ ਕਰ ਰਿਹਾ ਹੈ। ਗੁਰਬਾਣੀ ਕਹਿ ਰਹੀ ਹੈ, ਇਹ ਤੇਰੇ ਆਪਣੇ ਕਰਮਾਂ ਦਾ ਹੀ ਦੋਸ਼ ਹੈ। ਰੱਬ ਨੇ ਜਿਹੜਾ ਤੇਰੇ ਨਾਲ, ਜੇ ਰੱਬ ਰੁੱਸਿਆ ਹੋਇਆ ਤਾਂ ਉਹ ਤੇਰੇ ਆਪਣੇ ਕਰਮ ਨੇ। ਇੱਕ ਹੋਰ ਬਚਨ ਭਗਤ ਰਵਿਦਾਸ ਜੀ ਕਹਿੰਦੇ ਨੇ, ਹਮ ਸਰ ਦੀਨ दयाल न तुम सर अब पतियार क्या कीजै, वचनी तोर मोर मन मानै, जन को पूर्ण दीजै। कहने लगे, हों बल बल जाऊं रमैया, कारने कारण कवन अबोल। की कारण तू मेरे नाल नहीं बोलता? रब क्यों बोले साडे नाल? कभी विचार करियो भी असी उस रब का कभी शुकराना नहीं करते, रब का धन्यवाद नहीं करते। इसने इतना प्यारा जीवन दिता, सारियां सहूलतां दित्तियां, ते ओ रब दे नाल, जे रब साडे नाल नहीं बोलता तो उसदे विच दोष किसदा है? बाबा जी कहते ये तो साडा ही दोष है। और एक गल होर इत्थे नोट करन वाली है, सह अखर इत्थे 3 रूपां विच आया, सस्सा हाहे नूं औंकड़, इनू सहो पाठ नहीं करांगे। सस्सा हाहे नूं सारी इत्थे सह पाठ नहीं करांगे, 3 थावां ते सह ते सस्सा हाहा मुक्ता, ये 3 रूप ने गुरु ग्रंथ साहिब दे विच। एक संबोधन, एक संबंधक और एक वचन पुरलिंग वास्ते औंकड़ लगी हुंदी है गुरबाणी विच। इस करके इहनूं सह नूं भी आपां विचारांगे और ध्यान रखांगे, जिथे ये पाठ आ रहा उहनूं ध्यान करांगे भी औंकड़ क्यों लगी, स्यारी क्यों लगी, मुक्ता क्यों आया। पाओ कि इत्थे 3 थावां ते परमात्मा दे लिखायक सह दा अर्थ हुंदा खसम, अकाल पुरख वाहिगुरू। 3 वारी जे अखर आ रहा तो इसके अर्थ ही स्पष्ट ने कि वह अकाल पुरख वाहिगुरू जिहड़ा है ना, एक थां ते आया कि अकाल पुरख हे खसम, हे परमात्मा। एक थां आ रहा कि खसम नूं लभदी फिरदियां, एक वचन पुरलिंग दे विच। एक थां अर्थ आ रहे ने, खसम ने जे मेरे नाल रोस कीता तो उसदे विच मेरा दोष है, हे वाहिगुरू तेरा दोष नहीं। फिर कहन लगे, काली कोयल तू कित गुण काली। बाबा फरीद जी कहते हुण मैं कोयल नूं पुछदी फिरदी हाँ, हे काली कोयल, भला मैं तो अपने कर्मां दी मारी दुखी हाँ, पर तू दस तू क्यों काली हो गई है? मैं तो अपने कर्मां करके दुखी हाँ, पर तू क्यों काली हो गई है? काली कोयल तू कित गुण काली। ते अगों कहते कोयल जवाब देंदी है, अपने प्रीतम के हों विरह जाली। कोयल भी यही कहती है, उत्तर देंदी है कि मैनू मेरे प्रीतम के विछोड़े ने साड़ दिता, इस करके मैं काली हो गई। देखो जिहड़े भगत होए ने ना, उन्होंने कुदरत दे नाल गल्लां कीतियां। ये गल याद रखियो, कुदरत विच कादर है। जे कुदरत दे नाल सानू गल करनी आ गई, समझ लो कादर नाल गल करनी आ गई। गुरबाणी विच बहुत सारे शब्द तुहानूं मिलणगे जिथे कि कुदरत नाल गल कीती गई है, जिवें पब्बर तू हरियावला कबला कंचन बन। है तो एक सरोवर दे नाल गलबात है, पर अंदर दे जीवन की गल चल रही है ना सारी। इस तरह ही इत्थे भी गल कीती गई कि हे काली कोयल, भला तू किस करके काली हो गई है? भी मैं तो अपने कर्मां दे करके दुखी हाँ, जीव आत्मा कह रही है कोयल नूं। अगों कोयल पता की कहती है? कहते ने
ਕਹਿੰਦੇ ਕੋਇਲ ਵੀ ਇਹ ਕਹਿੰਦੀ ਉੱਤਰ ਦਿੰਦੀ ਹੋਈ, ਕਹਿੰਦੇ ਮੇਰਾ ਵੀ ਇਹੀ ਹਾਲ ਹੈ, ਮੈਨੂੰ ਮੇਰੇ ਪ੍ਰੀਤਮ ਦੇ ਵਿਛੋੜੇ ਨੇ ਸਾੜ ਦਿੱਤਾ, ਮੈਂ ਵੀ ਆਪਣੇ ਪਤੀ ਨਾਲੋਂ ਵਿਛੜ ਗਿਆ, ਇਸ ਕਰਕੇ ਮੈਂ ਕਾਲੀ ਹੋ ਗਈ ਹਾਂ। ਕਾਲੀ ਕੋਇਲ ਤੋਂ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕੇ ਹੋਂ ਬਿਰਹਿ ਜਾਲੀ। ਤੇ ਨਾਲ ਕਹਿਣ ਲੱਗੀ ਬਿਰਹਿ ਬਿਹੂਣ ਕਤੈ ਸੁਖ ਪਾਏ। ਕੋਇਲ ਕਹਿੰਦੀ ਹੈ ਖਸਮ ਤੋਂ ਵਿਛੜ ਕੇ ਕਿੱਥੇ ਸੁਖ ਪਾ ਸਕਦੀ ਹਾਂ। ਜੀਵ ਆਤਮਾ ਦਾ ਵੀ ਇਹੀ ਹਾਲਤ ਹੈ ਕਿ ਮੈਂ ਰੱਬ ਨਾਲੋਂ ਵਿਛੜ ਕੇ ਸੁਖੀ ਨਹੀਂ ਰਹਿ ਸਕਦੀ। ਗੁਰਬਾਣੀ ਵਿੱਚ ਤਾਂ ਇੱਥੇ ਤੱਕ ਸਤਿਗੁਰੂ ਜੀ ਨੇ ਲਿਖਿਆ ਹੈ, ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸਾਂਝ ਬਣੇ, ਪਤੀ ਦਾ ਸੰਬੰਧ ਬਣੇ, ਰੱਬ ਦੀ ਨੇੜਤਾ ਹਾਸਲ ਹੋਵੇ, ਸੰਸਾਰ ਦੇ ਵਿੱਚ ਮੈਨੂੰ ਖਾਣ ਵਾਸਤੇ ਨਾ ਹੋਵੇ, ਰਹਿਣ ਵਾਸਤੇ ਨਾ ਹੋਵੇ, ਤਾਂ ਵੀ ਮੈਂ ਸੁਖੀ ਹਾਂ ਜੇ ਰੱਬ ਨਾਲ ਮੇਰੀ ਸੁਰਤ ਜੁੜ ਜਾਏ। ਇੱਥੇ ਤੱਕ ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਲਿਖਿਆ, ਕਹਿੰਦੇ ਨੇ ਰੁੱਖੋ ਭੋਜਨ ਭੂਮ ਸੈਨ, ਰੁੱਖਾ ਭੋਜਨ ਮਿਲ ਜਾਏ, ਜ਼ਮੀਨ ਤੇ ਸੋਨਾ ਮਿਲ ਜਾਏ, ਸਖੀ ਪ੍ਰਸੰਗ ਸੁਖ ਵਿਆਤ, ਹੈ ਸਖੀਏ, ਹੈ ਮੇਰੀ ਸਹੇਲੀਏ, ਪਤੀ ਦਾ ਸੰਗ ਮਿਲ ਜਾਏ ਤਾਂ ਮੈਂ ਸੁਖੀ ਬਸਦੀ ਹਾਂ। ਆਓ ਕਿ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸਾਂਝ ਬਣੇਗੀ ਤਾਂ ਅੰਦਰੋਂ ਸੁਖੀ ਹੋਵਾਂਗੇ। ਜੇ ਉਸ ਦੇ ਨਾਲ ਸਾਂਝ ਨਹੀਂ, ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸਾਡਾ ਪਿਆਰ ਨਹੀਂ, ਤਾਂ ਅਸੀਂ ਕਦੀ ਜ਼ਿੰਦਗੀ ਸੁਖੀ ਨਹੀਂ ਰਹਿ ਸਕਦੇ। ਇਸ ਕਰਕੇ ਭਗਤ ਜੀ ਕਹਿਣ ਲੱਗੇ ਪਿਰੈ ਬਿਹੂਨ ਕਥੈ ਸੁਖ ਪਾਏ। ਕਹਿੰਦੇ ਖਸਮ ਤੋਂ ਵਿਛੜ ਕੇ ਜੀਵ ਆਤਮਾ ਕਿੱਥੇ ਕੋਈ ਸੁਖ ਪਾ ਸਕਦੀ ਹੈ, ਉਹਨੂੰ ਕਦੀ ਕੋਈ ਸੁਖ ਨਹੀਂ ਮਿਲ ਸਕਦਾ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਵਿਛੜ ਕੇ। ਫਿਰ ਕਹਿਣ ਲੱਗੇ ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ। ਆਖਣ ਲੱਗੇ ਪਰ ਜਿਸ ਜੀਵ ਇਸਤਰੀ ਦੇ ਉੱਤੇ ਅਕਾਲ ਪੁਰਖ ਕਿਰਪਾ ਕਰਦਾ ਹੈ, ਕਿਉਂਕਿ ਪਿਆਰ ਵਾਲਿਓ ਇਹ ਵੀ ਸਾਡੇ ਹੱਥ ਵਿੱਚ ਨਹੀਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਮਿਲਾਪ, ਕਿਉਂਕਿ ਜੀਵ ਇਸਤਰੀ ਦੇ ਵਸ ਦੀ ਗੱਲ ਨਹੀਂ ਹੈ ਜਾਂ ਸਾਡੇ ਵਸ ਦੀ ਗੱਲ ਨਹੀਂ, ਪਰਮਾਤਮਾ ਦਾ ਮਿਲਾਪ। ਇਹ ਤਾਂ ਅਕਾਲ ਪੁਰਖ ਹੀ ਵਾਹਿਗੁਰੂ ਜਿਨ੍ਹਾਂ ਦੇ ਉੱਤੇ ਕਿਰਪਾ ਕਰਦਾ ਹੈ, ਤਰਸ ਕਰਦਾ ਹੈ, ਉਹਨਾਂ ਨੂੰ ਹੀ ਰੱਬ ਦਾ ਮਿਲਾਪ ਹਾਸਲ ਹੁੰਦਾ ਹੈ। ਔਰ ਸੱਚ ਜਾਣਿਓ ਜੇ ਸਾਡੇ ਹੱਥ ਵਿੱਚ ਮਿਲਾਪ ਹੁੰਦਾ ਤੇ ਹਰ ਇੱਕ ਪ੍ਰਾਣੀ ਨੂੰ ਰੱਬ ਦਾ ਮਿਲਾਪ ਹੋ ਜਾਣਾ ਸੀ। ਜੇ ਸਾਡੇ ਹੱਥ ਹੁੰਦਾ ਤੇ ਕੋਈ ਸ਼ਰਾਬ ਦੇ ਠੇਕੇ ਤੇ ਨਾ ਪੈਂਦਾ, ਉਹ ਗੁਰਦੁਆਰੇ ਆ ਕੇ ਬਹਿੰਦੇ। ਇਹ ਵੀ ਰੱਬ ਦੀਆਂ ਖੇਡਾਂ ਨੇ, ਇਹ ਰੱਬ ਦੀ ਮਾਰ ਹੈ, ਇਹ ਸੱਚ ਹੈ। ਕੋਈ ਕਿਸੇ ਕੁਰਾਹੇ ਪਿਆ ਹੋਇਆ, ਕੋਈ ਕਿਸੇ ਪਾਸੇ ਤੁਰਿਆ ਹੋਇਆ, ਇਹ ਰੱਬ ਦੀ ਖੇਡ ਹੈ। ਇਹ ਤੇ ਜਿਨ੍ਹਾਂ ਨੂੰ ਪਿਆਰ ਦਿੰਦਾ ਨਾ ਰੱਬ, ਉਹਨਾਂ ਨੂੰ ਆਪਣੀ ਗੋਦੀ ਵਿੱਚ, ਆਪਣੀ ਬੁੱਕਲ ਵਿੱਚ, ਆਪਣੀ ਸੰਗਤ ਵਿੱਚ ਬਿਠਾਉਂਦਾ ਹੈ। ਇਹ ਭਾਗੇ ਵਾਲੇ ਨੇ ਉਹ ਸਿੱਖ ਗੁਰੂ ਕੇ ਪਿਆਰੇ, ਉਹ ਸਤਸੰਗੀ ਜਿਹੜੇ ਰੋਜ਼ ਆ ਕੇ ਗੁਰੂ ਦੀ ਗੋਦ ਦਾ ਨਿੱਘ ਮਾਣਦੇ ਨੇ। ਮੈਂ ਕਹਿੰਦਾ ਸਭ ਤੋਂ ਵੱਡੇ ਭਾਗ ਕਿਸੇ ਦੇ ਨਹੀਂ। ਜਦੋਂ ਸਤਸੰਗਤ ਦੀਆਂ ਘੜੀਆਂ ਮਿਲਦੀਆਂ, ਰੱਬ ਦੀ ਇਬਾਦਤ ਕਰਨ ਦਾ ਮੌਕਾ ਮਿਲਦਾ ਹੈ, ਪਰਮੇਸ਼ਰ ਦੀ ਸਿਫਤ ਕਰਨ ਦਾ ਸੁਭਾਗ ਮਿਲਦਾ ਹੈ, ਇਹ ਅਕਾਲ ਪੁਰਖ ਦਾ ਸਾਡੇ ਉੱਤੇ ਤਰਸ ਹੈ। ਕਿਉਂਕਿ ਮਹਾਰਾਜ ਕਹਿੰਦੇ ਬਾਣੀ ਵਿੱਚ ਆਪਨ ਲੀਆ ਜੇ ਮਿਲੈ ਤਾਂ ਸਭ ਕੋ ਭਾਗਟ ਹੋਏ। ਜੇ ਸਾਡੇ ਹੱਥ ਵਿੱਚ ਪ੍ਰਭੂ ਦਾ ਮਿਲਾਪ ਹੋਵੇ ਨਾ, ਸਾਰਿਆਂ ਦੇ ਭਾਗਾਂ 'ਚ ਹੀ ਹੋਵੇ, ਪਰ ਸਾਡੇ ਹੱਥ 'ਚ ਹੈ ਨਹੀਂ ਇਹ ਖੇਡ। ਆਪਨ ਲੀਆ ਜੇ ਮਿਲੈ ਤਾਂ ਸਭ ਕੋ ਭਾਗਟ ਹੋਏ, ਕਰਮਾਂ ਉਪਰ ਨਿਵੜੈ ਜੇ ਲੋਚੈ ਸਭ ਕੋਏ। ਸਾਰਾ ਸੰਸਾਰ ਲੋਚਦਾ ਹੈ ਕਿ ਮੈਂ ਚੰਗੇ ਪਾਸੇ ਜਾਵਾਂ, ਚੰਗੇ ਕੰਮ ਕਰਾਂ, ਪਰ ਜੋ ਇਹ ਵੀ ਅਕਾਲ ਪੁਰਖ ਦੀ ਬਖਸ਼ਿਸ਼ ਤੋਂ ਹੀ ਨਿਵੇੜਾ ਹੁੰਦਾ ਹੈ, ਉਸ ਦੀ ਬਖਸ਼ਿਸ਼ ਤੋਂ ਬਿਨਾਂ ਨਿਵੇੜਾ ਨਹੀਂ ਹੈ। ਇੱਥੇ ਵੀ ਕਹਿਣ ਲੱਗੇ, ਕਹਿੰਦੇ ਪਰ ਜੀਵ ਇਸਤਰੀ ਦੇ ਵਸ ਦੀ ਗੱਲ ਨਹੀਂ ਕਿ ਪਰਮਾਤਮਾ ਦਾ ਮਿਲਾਪ ਹਾਸਲ ਹੋ ਜਾਏ। ਵਿਛੋੜਾ ਤਾਂ ਹੈ ਜੀਵਨ ਵਿੱਚ, ਵਿਛੜੇ ਹੋਏ ਹਾਂ ਪਰਮੇਸ਼ਰ ਨਾਲੋਂ, ਔਰ ਜਦੋਂ ਤੱਕ ਵਿਛੜੇ ਰਵਾਂਗੇ, ਦੁਖੀ ਰਵਾਂਗੇ। ਇੱਕ ਟਹਿਣੀ ਰੁੱਖ ਨਾਲੋਂ ਵੱਖਰੀ ਹੋ ਕੇ ਹਰੀ ਭਰੀ ਨਹੀਂ ਰਹਿ ਸਕਦੀ। ਇੱਕ ਫੁੱਲ ਟਹਿਣੀ ਨਾਲੋਂ ਟੁੱਟ ਕੇ ਕਦੀ ਹਰਾ ਭਰਾ ਨਹੀਂ ਰਹਿ ਸਕਦਾ। ਇੱਕ ਪਾਣੀ ਦੀ ਬੂੰਦ ਅਸਲੇ ਨਾਲੋਂ ਵਿਛੜ ਜਾਏ, ਨਦੀ ਨਾਲੋਂ ਪਾਣੀ ਕੁਛ ਟੋਹੇ ਦੇ ਵਿੱਚ ਪੈ ਜਾਏ, ਉਹਦੇ ਵਿੱਚੋਂ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ। ਪਰ ਜੇ ਉਹ ਨਦੀ ਦਾ ਹੀ ਹਿੱਸਾ ਰਵੇ ਤਾਂ ਉਹ ਸਮੁੰਦਰ ਤੱਕ ਪਹੁੰਚ ਜਾਂਦਾ, ਉਹਦੇ ਵਿੱਚ ਕਦੀ ਬਦਬੂ ਨਹੀਂ ਆਉਂਦੀ। ਇਹ ਸੱਚ ਹੈ। ਜੇ ਆਪਾਂ ਜੀਵਨ ਵਿੱਚ ਸੁੱਖ ਪ੍ਰਾਪਤ ਕਰ ਸਕਦੇ ਹਾਂ ਤੇ ਅਕਾਲ ਪੁਰਖ ਵਾਹਿਗੁਰੂ ਦੇ ਮਿਲਾਪ ਵਿੱਚੋਂ ਸੁੱਖ ਮਿਲਣਾ, ਪਰ ਮਿਲਾਪ ਸਾਡੇ ਹੱਥ ਵਿੱਚ ਨਹੀਂ। ਇਸ ਕਰਕੇ ਤਾਂ ਗੁਰਬਾਣੀ ਕਹਿੰਦੀ ਅਰਦਾਸ ਕਰਿਆ ਕਰ। ਇੱਕ ਵਾਰੀ ਉਚਾਰਨ ਕਰੋ, ਸਤਿਨਾਮ। ਮਾਲਕ ਦੇ ਚਰਨਾਂ 'ਚ ਬੇਨਤੀ ਕਰਿਆ ਕਰ, ਸੱਚੇ ਪਾਤਸ਼ਾਹ ਮੈਂ ਤੇਰੇ ਨਾਲ ਮਿਲਣਾ ਚਾਹੁੰਦੀ ਹਾਂ, ਬੜਾ ਲੰਬਾ ਸਮਾਂ ਹੋ ਗਿਆ ਤੇਰੇ ਨਾਲੋਂ ਵਿਛੜਿਆ। ਇੱਕ ਅਰਦਾਸ ਹੈ ਨਾ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ ਕਹਿ ਰਬਦਾਸ, ਆਸ ਲਗ ਜੀਵਨ ਚਿਰ ਪਇਓ ਦਰਸ਼ਨ ਦੇ ਕੇ। ਬੜਾ ਲੰਬਾ ਸਮਾਂ ਹੋ ਗਿਆ ਤੇਰੇ ਨਾਲੋਂ ਵਿਛੜਿਆ, ਹੁਣ ਕਿਰਪਾ ਕਰ ਦੇ।
ਕਿਉਂਕਿ ਜਦੋਂ ਆਪਾਂ ਅਰਦਾਸ ਕਰਦੇ ਹਾਂ ਨਾ, ਤੇ ਅਰਦਾਸ ਵਿੱਚ ਉਹ ਤਾਕਤ ਹੈ, ਕਿਉਂਕਿ ਉਸ ਰੱਬ ਦੇ ਘਰ ਵਿੱਚ ਇੱਕੋ ਹੀ ਚੀਜ਼ ਪ੍ਰਮਾਣ ਹੁੰਦੀ ਹੈ। ਸ਼ਬਦ ਆਉਂਦਾ ਧਨਾ ਸ੍ਰੀ ਰਾਗ ਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ। ਸਤਿਗੁਰ ਕਹਿੰਦੇ ਨੇ, ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ, ਤਿਨ ਹੀ ਸੁਣਿਆ ਦੁਖ ਸੁਖ ਮੇਰਾ ਤੋ ਵਿਦ ਨੀਕੀ ਖਟਾਨੀ, ਜੀ ਕੀ ਏਕ ਹੀ ਪੈਮਾਨੀ। ਜੀ ਕੀ ਦਾ ਅਰਥ ਜਿੰਦ ਦੀ ਜਿਹੜੀ ਅਰਦਾਸ ਹੀ ਕੇਵਲ ਪ੍ਰਵਾਨ ਹੁੰਦੀ ਹੈ। ਕੋਈ ਕਰਮ ਕਾਂਡ ਕਰੇ, ਕੋਈ ਵਿਖਾਵਾ ਕਰੇ, ਕੋਈ ਹੋਰ ਸਾਧਨ ਜੁਟਾਵੇ, ਉੱਥੇ ਹੋਰ ਕੋਈ ਚੀਜ਼ ਪ੍ਰਵਾਨ ਨਹੀਂ, ਕੇਵਲ ਅਰਦਾਸ ਹੀ ਪ੍ਰਵਾਨ ਹੈ। ਜੀ ਕੀ ਏਕ ਹੀ ਪੈਮਾਨੀ, ਅਵਰ ਜਤਨ ਕਰ ਰਹੇ ਬੋ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਣੀ। ਬਹੁਤ ਸਾਰੇ ਲੋਕ ਯਤਨ ਕਰ ਰਹੇ ਨੇ, ਪਰ ਉਹਨਾਂ ਦੇ ਕੀਤੇ ਹੋਏ ਕਰਮਾਂ ਦੀ ਉੱਥੇ ਤਿਲ ਮਾਤਰ ਵੀ ਕੀਮਤ ਨਹੀਂ ਜੀ ਪੈਂਦੀ। ਕੋਈ ਕਵੇ ਮੈਂ ਪੁੱਠਾ ਲਟਕ ਜਾਵਾਂ, ਧੂਣੀ ਲਗਾ ਕੇ ਬਹਿ ਜਾਵਾਂ, ਮੈਂ ਜਲ ਸਮਾਧੀਆਂ ਕਰ ਲਵਾਂ, ਮੈਂ ਵਰਤ ਰੱਖ ਲਵਾਂ, ਮੈਂ ਇਹ ਕਰ ਲਵਾਂ, ਮੈਂ ਉਹ ਉੱਥੇ ਨਹੀਂ ਕੀਮਤ ਉਹਨਾਂ ਚੀਜ਼ਾਂ ਦੀ। ਉੱਥੇ ਕੇਵਲ ਕੀਤੀ ਹੋਈ ਅਰਦਾਸ ਹੀ ਪ੍ਰਵਾਨ ਹੁੰਦੀ ਜੇ। ਭਾਵੇਂ ਕਰੇ ਕੋਈ ਵੀ, ਉਹ ਹਿੰਦੂ ਹੋਵੇ, ਮੁਸਲਮਾਨ ਹੋਵੇ, ਸਿੱਖ ਹੋਵੇ, ਈਸਾਈ ਹੋਵੇ, ਜੈਨੀ ਹੋਵੇ, ਬੋਧੀ ਹੋਵੇ, ਕੇਵਲ ਅਰਦਾਸ ਪ੍ਰਵਾਨ ਹੁੰਦੀ ਹੈ। ਕੋਈ ਸੋਚੇ ਨਾ ਵੀ ਸ਼ਾਇਦ ਕੋਈ ਹੋਰ ਕਰਮ ਕਾਂਡ ਤੋਂ ਉਹ ਰੱਬ ਪ੍ਰਭਾਵਿਤ ਹੀ ਨਹੀਂ ਹੁੰਦਾ। ਆਪਾਂ ਸੋਚੀਏ ਨਾ ਕੋਈ ਐਵੇਂ ਭੇਗ ਕਰ ਲਈਏ, ਕੋਈ ਕਰਮ ਕਾਂਡ ਕਰ ਲਈਏ, ਕੋਈ ਬਾਹਰ ਦੀ ਕਰਿਆ ਤੋਂ ਰੱਬ ਕਦੀ ਖੁਸ਼ ਨਹੀਂ ਹੁੰਦਾ। ਸਾਨੂੰ ਅੰਦਰੋਂ ਜੁੜਨਾ ਪੈਣਾ, ਸਾਨੂੰ ਅਰਦਾਸ ਕਰਨੀ ਪੈਣੀ ਹੈ। ਇਸ ਕਰਕੇ ਗੁਰਮਤਿ ਕਹਿੰਦੀ ਹੈ, ਜੀ ਕੀ ਵਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਤੇਰੇ ਜਿੰਨ ਦੀ ਕੋਈ ਵਿਰਥਾ ਹੈ, ਪੀੜ ਹੈ, ਤਾਂ ਗੁਰੂ ਚਰਨਾਂ 'ਚ ਅਰਦਾਸ ਕਰਿਆ ਕਰ, ਬੇਨਤੀ ਕਰਿਆ ਕਰ, ਸੱਚੇ ਪਾਤਸ਼ਾਹ ਮੈਨੂੰ ਇਹ ਦੁੱਖ ਹੈ। ਆਖਿਆ ਕਰੋ ਸਤਿਗੁਰ ਜੀ ਨੂੰ ਮੇਰੇ ਸਾਹਾ, ਮੈਂ ਹਰ ਦਰਸ਼ਨ ਸੁਖ ਹੋਏ, ਹਮਰੀ ਵੇਦਨ ਤੂੰ ਜਾਣਤਾ ਸਾਹਾ, ਅਵਰ ਕਿਆ ਜਾਣੈ ਕੋਈ। ਸਾਡੀ ਪੀੜਾ ਨੂੰ ਤੇ ਤੂੰ ਹੀ ਜਾਣਦਾ, ਹੋਰ ਕੌਣ ਜਾਣ ਸਕਦਾ। ਭਗਤ ਜੀ ਕਹਿਣ ਲੱਗੇ, ਕਹਿੰਦੇ ਜੀਵ ਇਸਤਰੀ ਦੇ ਬਸ ਵੀ ਕੋਈ ਨਹੀਂ। ਕਹਿੰਦੇ ਜਾਂ ਹੋਏ ਕਿਰਪਾਲ, ਜਦੋਂ ਪ੍ਰਭੂ ਆਪ ਮਿਹਰਬਾਨ ਹੁੰਦਾ ਹੈ ਤਾਂ ਪ੍ਰਭੂ ਮਿਲਾਏ, ਤਾਂ ਉਹ ਆਪ ਆਪਣੇ ਨਾਲ ਜੀਵ ਆਤਮਾ ਨੂੰ ਮਿਲਾ ਲੈਂਦਾ ਹੈ। ਜਦੋਂ ਅਕਾਲ ਪੁਰਖ ਵਾਹਿਗੁਰੂ ਤਰਸ ਕਰਦਾ ਹੈ, ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ, ਮਹਾਰਾਜ ਕਹਿੰਦੇ ਨੇ, ਜੇਤਾ ਮੂੰਹ ਪ੍ਰੀਤ ਸਵਾਦ, ਸਭਾ ਕਾਲਖ ਦਾਗਾਂ ਦਾਗ, ਦਾਗ ਦੋਸ ਮੂੰਹ ਚਲਿਆ ਲਾਏ, ਦਰਗਾ ਵੈਸਨ ਨਹੀਂ ਜਾਏ। ਅਗਲੇ ਬਚਨ ਕਹਿਣ ਲੱਗੇ, ਫਿਰ ਸਾਡੇ ਹੱਥ ਕੀ ਹੈ ਮਹਾਰਾਜ, ਕਰਮ ਮਿਲੇ ਆਖਣ ਤੇਰਾ ਨਾਮ। ਤੇਰੀ ਬਖਸ਼ਿਸ਼ ਹੋਵੇ ਤਾਂ ਹੀ ਤੇਰਾ ਨਾਮ ਆਖਿਆ ਜਾ ਸਕਦਾ, ਤੇਰੀ ਕਿਰਪਾ ਤੋਂ ਬਿਨਾਂ ਕਿਵੇਂ ਆਖਾਂਗੇ। ਇਹ ਜਿਤਨੇ ਮਰਜ਼ੀ ਆਪਾਂ ਯਤਨ ਕਰਕੇ ਵੇਖ ਲਈਏ, ਹੋਛੀਆਂ ਗੱਲਾਂ ਕਰਕੇ ਵੇਖ ਲਈਏ, ਪਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਉਹਦੇ ਨਾਲ ਮਿਲਿਆ ਨਹੀਂ ਜਾ ਸਕਦਾ। ਬਾਬਾ ਸੇਖ ਫਰੀਦ ਜੀ ਕਹਿ ਰਹੇ ਨੇ। ਫਿਰ ਕਹਿਣ ਲੱਗੇ, ਵਿਦਨ ਖੋਈ ਮੁੰਦ ਇਕੇਲੀ, ਨਾ ਕੋ ਸਾਥੀ ਨਾ ਕੋ ਬੇਲੀ। ਕਹਿੰਦੇ ਜਗਤ ਰੂਪ ਡਰਾਵਨੀ ਖੋਈ ਵਿੱਚ ਮੈਂ ਜੀਵ ਇਸਤਰੀ ਇਕੱਲੀ ਹਾਂ। ਅਸੀਂ ਸਾਰੇ ਇਕੱਲੇ ਹਾਂ। ਇਹ ਗੱਲ ਯਾਦ ਰੱਖਿਓ ਜੀਵਨ ਦੇ ਵਿੱਚ। ਸਤਿਗੁਰ ਕਹਿੰਦੇ, ਸੁਖ ਮੈਂ ਬੋ ਸੰਗੀ ਪਏ, ਦੁੱਖ ਮੈਂ ਸੰਗ ਨਾ ਕੋਈ। ਸੁਖ ਦੇ ਵਿੱਚ ਤਾਂ ਬੜੇ ਸਾਥੀ ਬਣ ਜਾਂਦੇ, ਸਾਰੇ ਮਿੱਤਰ ਕਹਿਣਗੇ ਅਸੀਂ ਵੀ ਤੁਹਾਡੇ ਮਿੱਤਰ ਹਾਂ, ਅਸੀਂ ਵੀ ਤੁਹਾਡੇ ਸੰਬੰਧੀ ਹਾਂ। ਸੁਖ ਦੇ ਵਿੱਚ ਬਹੁਤ ਸਾਰੇ ਸਾਥ ਬਣ ਜਾਂਦੇ ਹੈ, ਪਰ ਜਦੋਂ ਬੰਦੇ ਉੱਤੇ ਦੁੱਖ ਆਉਂਦਾ ਨਾ, ਉਸ ਵੇਲੇ ਪਿਆਰ ਵਾਲਿਓ ਕੋਈ ਸਾਥ ਨਹੀਂ ਦਿੰਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸਿੱਖਾ ਜਦੋਂ ਦੁੱਖ ਆਉਣਾ ਸਾਰੇ ਦੌੜ ਜਾਣਗੇ ਤੈਨੂੰ ਛੱਡ ਕੇ, ਜਾ ਕੋ ਮੁਸ਼ਕਲ ਅਤ ਬਣਾ ਟੋਹੀ ਕੋਈ ਨਾ ਦੇ। ਕਿਸੇ ਨੇ ਤੈਨੂੰ ਸਹਾਰਾ ਨਹੀਂ ਦੇਣਾ। ਜਾ ਕੋ ਮੁਸ਼ਕਲ ਅਤ ਬਣਾ ਟੋਹੀ ਕੋਈ ਨਾ ਦੇ, ਲਾਗੂ ਹੋਏ ਦੁਸ਼ਮਨਾ ਸਾਗ ਵੀ ਭਜ ਖਲੇ। ਜਿਨ੍ਹਾਂ ਨੂੰ ਅਸੀਂ ਸੰਬੰਧੀ ਕਹਿੰਦੇ ਉਹ ਵੀ ਭੱਜ ਜਾਂਦੇ ਛੱਡ ਕੇ, ਸਾਗ ਵੀ ਭਜ ਖਲੇ। ਤੇ ਮਹਾਰਾਜ ਕਹਿੰਦੇ, ਸਭੋ ਭਜੈ ਆਸਰਾ ਚੁੱਕੈ ਸਭ ਅਸਰਾਓ। ਸਾਰੇ ਆਸਰੇ ਕਹਿੰਦੇ ਚਲੇ ਜਾਣ, ਕੋਈ ਸਹਾਰਾ ਨਾ ਬਚੇ। ਤੇ ਮਹਾਰਾਜ ਕਹਿੰਦੇ, ਚਿੱਤ ਆਵੇ ਉਸ ਪਾਰ ਬ੍ਰਹਮ ਲਗੇ ਨਾ ਤਤੀ ਵਾਹ। ਜੀ ਵਾਹਿਗੁਰੂ ਚੇਤੇ ਆ ਗਏ, ਤੈਨੂੰ ਤਤੀ ਵਾਰ ਨਹੀਂ ਲੱਗਣ ਦੇਣੀ ਵਾਹਿਗੁਰੂ ਨੇ, ਜੇ ਉਹ ਯਾਦ ਆ ਗਿਆ। ਕਿਉਂਕਿ ਇਹ ਸੰਸਾਰ ਜਿਹੜਾ ਨਾ, ਇਹ ਦੁੱਖਾਂ ਦਾ ਸਮੁੰਦਰ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਜੀਓ ਤਪਤ ਹੈ ਜੀਓ ਡਰਤ ਹੈ ਆਪਣਾ, ਕੈਸਿਓ ਕਰੀ ਪੁਕਾਰ। ਜੀਓ ਦਾ ਅਰਥ ਹੈ ਜਿੰਦ ਡਰਦੀ ਹੈ ਦੇਖ ਕੇ ਕਿਹਨੂੰ, ਕਿ ਇਹ ਸੰਸਾਰ ਦੁੱਖਾਂ ਦਾ ਸਮੁੰਦਰ ਹੈ। ਬੜੀ ਘਬਰਾਹਟ ਪੈਦਾ ਹੁੰਦੀ ਹੈ ਜਿਸ ਬੰਦੇ ਨੂੰ ਤਰਨਾ ਨਾ ਆਉਂਦਾ ਹੋਵੇ। ਜਦੋਂ ਉਹ ਸਮੁੰਦਰ ਦੀਆਂ ਲਹਿਰਾਂ ਕੋਲ ਜਾਂਦਾ, ਦੇਖਦਾ, ਤੇ ਉਹ ਘਬਰਾ ਜਾਂਦਾ। ਮੈਨੂੰ ਤੇ ਤਰਨਾ ਵੀ ਨਹੀਂ ਆਉਂਦਾ, ਸਮੁੰਦਰ ਦੀਆਂ ਲਹਿਰਾਂ ਤੇ ਬੜੀਆਂ ਤੇਜ਼ ਆਉਂਦੀਆਂ। ਜਿਸ ਤਰ੍ਹਾਂ ਸਮੁੰਦਰ ਵਿੱਚ ਲਹਿਰਾਂ ਉੱਡਦੀਆਂ ਨਾ, ਔਰ ਉਹ ਕਈ ਵਾਰੀ ਬੜੀ ਡਰਾਵਨੀਆਂ ਲੱਗਦੀਆਂ, ਇਸ ਤਰ੍ਹਾਂ ਇਹ ਸੰਸਾਰ ਦੇ ਦੁੱਖ ਡਰਾਵਨੇ ਹਨ, ਬੰਦੇ ਨੂੰ ਡਰਾਉਂਦੇ ਨੇ।
ਇੱਕ ਦੁੱਖ ਨਹੀਂ ਹੈ। ਸਾਨੂੰ ਤੇ ਆਪਣੇ ਆਪਣੇ ਦੁੱਖ ਦਾ ਪਤਾ ਹੈ ਜੀ। ਹਰ ਇੱਕ ਬੰਦਾ ਕਹਿੰਦਾ ਮੈਨੂੰ ਇਹ ਦੁੱਖ ਹੈ, ਦੂਜਾ ਕਹਿੰਦਾ ਮੈਨੂੰ ਇਹ ਦੁੱਖ ਹੈ। ਪਰ ਸੰਸਾਰ ਨੂੰ ਧਿਆਨ ਨਾਲ ਤੱਕੋਗੇ ਨਾ, ਬੜੇ ਦੁੱਖ ਨੇ। ਰੋਜ਼ ਗੁਰੂ ਦੇ ਘਰ ਦੇ ਵਿੱਚ ਕਈ ਗੁਰੂ ਕੇ ਸਿੱਖ ਆਉਂਦੇ ਤੇ ਜਦੋਂ ਉਹ ਦੱਸਦੇ ਨੇ ਤੇ ਕਈ ਵਾਰੀ ਜਿੰਦ ਡਰਦੀ, ਸੱਚੇ ਪਾਤਸ਼ਾਹ ਸੰਸਾਰ ਕਿਤਨਾ ਦੁਖੀ ਹੈ। ਅੱਜ ਇੱਕ ਬੰਦਾ ਆਇਆ, ਕਹਿਣ ਲੱਗਾ, ਕਹਿੰਦੇ ਜੀ ਅਰਦਾਸ ਕਰ ਦਿਓ। ਮੈਂ ਕੀ ਅਰਦਾਸ ਕਰਨੀ ਹੈ? ਕਹਿੰਦੇ 5 ਸਾਲ ਤੋਂ ਮੇਰੀ ਘਰਵਾਲੀ ਦੀਨ ਦਿਆਲ 'ਚ ਪਈ ਹੋਈ ਹੈ, ਨਾ ਮੁਰਦਾ ਹੈ ਨਾ ਜਿਉਂਦਾ ਹੈ। 5 ਸਾਲ ਹੋ ਗਏ, ਮੈਂ ਥੱਕ ਚੁੱਕਿਆ, ਲੱਤਾਂ ਕਹਿੰਦੇ ਰਹਿ ਗਈਆਂ ਮੇਰੀਆਂ ਵੀ ਗੇੜੇ ਮਾਰ ਮਾਰ ਕੇ ਦੀਨ ਦਿਆਲ 'ਚ। 5 ਸਾਲ ਹੋ ਗਏ ਕਹਿੰਦੇ। ਤੇ ਜਦੋਂ ਦੇਖੋ ਨਾ ਕਿਸੇ ਨੂੰ ਤੇ ਪਤਾ ਲੱਗਦਾ ਸੰਸਾਰ ਕਿਤਨਾ ਦੁਖੀ ਹੈ। ਫਿਰ ਮਹਾਰਾਜ ਦਾ ਸ਼ੁਕਰਾਨਾ ਕਰੀਦਾ, ਸੱਚੇ ਪਾਤਸ਼ਾਹ ਤੂੰ ਬੜੀ ਕਿਰਪਾ ਕੀਤੀ, ਇਸ ਸੰਸਾਰ ਦੇ ਵਿੱਚ ਤੂੰ ਰੱਖਿਆ, ਪਰ ਤੂੰ ਬੜੀ ਕਿਰਪਾ ਕੀਤੀ ਵੀ ਆਪਣੇ ਚਰਨਾਂ ਨਾਲ ਜੋੜ ਕੇ ਰੱਖਿਆ ਤੇ ਇਤਨੇ ਦੁੱਖਾਂ ਤੋਂ ਬਚਾਇਆ। ਬਾਬਾ ਫਰੀਦ ਜੀ ਕਹਿੰਦੇ ਨੇ ਵਿਦਨ ਖੋਈ ਮੁੰਦ ਅਕੇਲੀ, ਇਹ ਡਰਾਵਨੀ ਖੋਈ ਹੈ ਸੰਸਾਰ ਜਗਤ, ਜਿਹਨੂੰ ਦੇਖ ਕੇ ਡਰ ਲੱਗਦਾ ਹੈ। ਕਿਉਂਕਿ ਇੱਥੇ ਪਤਾ ਕੀ ਵਰਤ ਰਿਹਾ ਹੈ? ਮਹਾਰਾਜ ਕਹਿੰਦੇ ਲੋਭ ਲਹਿਰ ਅਤ ਨੀਜਰ ਵਾਜੈ, ਕਾਇਆ ਡੁੱਬੈ ਕੇਸਵਾ। ਲੋਭ ਦੀਆਂ ਲਹਿਰਾਂ ਉੱਠ ਰਹੀਆਂ ਨੇ, ਕਾਇਆ ਵਿੱਚ ਡੁੱਬ ਰਹੀ ਹੈ। ਇੱਥੇ ਤਾਂ ਕੇਵਲ ਇੱਕ ਅਰਦਾਸ ਹੀ ਕਰਨੀ ਬਣਦੀ ਹੈ ਕਿ ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। ਸੱਚੇ ਪਾਤਸ਼ਾਹ ਮੈਨੂੰ ਪਾਰ ਕਰ ਦੇ। ਲੋਕਾਂ ਨੇ ਦੇਖੋ ਬੜੇ ਯਤਨ ਕੀਤੇ ਇਸ ਸੰਸਾਰ ਸਮੁੰਦਰ ਵਿੱਚ ਡੁੱਬਣ ਤੋਂ, ਪਾਓ ਦੁੱਖਾਂ ਤੋਂ ਬਚਣ ਵਾਸਤੇ ਲੋਕ ਬੜੇ ਯਤਨ ਕਰਦੇ ਨੇ। ਕਿਤਨੀ ਦੁਨੀਆ ਦੌੜ ਰਹੀ ਹੈ ਦੁੱਖਾਂ ਤੋਂ ਯਤਨ ਕਰਨ ਵਾਸਤੇ। ਕਿੰਨੇ ਲੰਬੇ ਲੰਬੇ ਥਾਵਾਂ ਤੇ ਲੋਕ ਤੀਰਥਾਂ ਤੇ ਜਾ ਰਹੇ ਨੇ। ਲੋਕ ਉਮਰਾਂ ਮੰਗਣ ਜਾਂਦੇ ਨੇ ਤੇ ਕਈ ਵਾਰੀ ਤੀਰਥਾਂ ਤੇ ਜਾ ਕੇ ਉੱਥੇ ਪ੍ਰਾਣ ਤਿਆਗਣੇ ਪੈਂਦੇ ਨੇ ਵੀ ਹੋਰ ਜੀਵਨ ਮਿਲ ਜਾਏ, ਸੁਖ ਦੀ ਪ੍ਰਾਪਤੀ ਹੋ ਜਾਏ। ਪਰ ਸੱਚ ਇਹ ਹੈ ਪਿਆਰ ਵਾਲਿਓ, ਭਗਤ ਜੀ ਕਹਿੰਦੇ ਨੇ ਇਹ ਸੰਸਾਰ ਜਿਹੜਾ ਇੱਕ ਡਰਾਵਨੀ ਖੋਈ ਹੈ। ਸੰਸਾਰ ਵਿਦਨ ਖੋਈ, ਖੋਈ ਦਾ ਅਰਥ ਹੈ ਖੂਹ, ਡਰਾਵਨਾ ਖੂਹ। ਜਿਵੇਂ ਕੋਈ ਖੂਹ ਹੋਵੇ ਨਾ ਔਰ ਉਸ ਦੇ ਵਿੱਚ ਆਪਾਂ ਨਜ਼ਰ ਮਾਰੀਏ ਤੇ ਦੇਖ ਕੇ ਡਰ ਲੱਗੇ, ਸੰਸਾਰ ਬਿਲਕੁਲ ਇਸ ਤਰ੍ਹਾਂ ਹੀ ਹੈ। ਕਹਿੰਦੇ ਇਹ ਸੰਸਾਰ ਡਰਾਵਨੀ ਖੋਈ ਹੈ। ਤੇ ਹੋ ਕੀ ਰਿਹਾ? ਇਸ ਡਰਾਵਨੀ ਖੂਹ ਵਿੱਚ ਮੁੰਦ ਇਕੱਲੀ, ਮੁੰਦ ਅਰਥ ਹੈ ਜੀਵ ਇਸਤਰੀ ਇਕੱਲੀ ਡਿੱਗੀ ਪਈ ਹੈ। ਖੂਹ ਹੋਵੇ ਭਿਆਨਕ, ਅੰਦਰ ਸੱਪ ਵੀ ਹੋਣ, ਹੋਰ ਕੀੜੇ ਵੀ ਹੋਣ, ਅੰਦਰੋਂ ਕੋਈ ਦਿਖਾਈ ਵੀ ਨਾ ਦਿੰਦਾ ਹੋਵੇ, ਹਨੇਰਾ ਹੋਵੇ, ਤੇ ਜੇ ਬੰਦਾ ਉਸ 'ਤੇ ਡਿੱਗ ਜਾਏ, ਵਿਚਾਰ ਕਰੋ ਉਸ ਦੀ ਕੀ ਹਾਲਤ ਹੁੰਦੀ ਹੋਏਗੀ। ਇੱਕ ਸ਼ਬਦ ਦਾ ਆਸਰਾ ਲਵਾਂ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਬਸੰਤ ਸਵਰਗ ਲੋਕੈ, ਜਿਤ ਤੇ ਪ੍ਰਿਥਵੀ ਨਵਖੰਡਨੈ। ਕਹਿਣ ਲੱਗੇ ਵਿਸਰੰਤ ਹਰ ਗੋਪਾਲੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣੈ। ਕਿ ਕੋਈ ਬੰਦਾ ਭਿਆਨਕ ਜੰਗਲ ਵਿੱਚ ਗਿਆ ਤੇ ਰਸਤਾ ਭੁੱਲ ਗਿਆ, ਉਹਦਾ ਕੀ ਹਾਲ ਹੁੰਦਾ ਹੋਏਗਾ। ਜਿਹੜਾ ਭਿਆਨਕ ਜੰਗਲ ਵਿੱਚ, ਜਿਹਦੇ ਵਿੱਚ ਸ਼ੇਰ ਚੀਤੇ ਨੇ, ਜੰਗਲੀ ਜਾਨਵਰ ਨੇ, ਉੱਥੇ ਕਿੰਨਾ ਡਰ ਲੱਗਦਾ ਹੋਵੇਗਾ। ਕਹਿੰਦੇ ਸੰਸਾਰ ਦੇ ਦੁੱਖ ਇਸ ਤਰ੍ਹਾਂ ਡਰਾਉਂਦੇ ਮੈਨੂੰ। ਇੱਕ ਦੁੱਖ ਨਹੀਂ ਹੈ ਸੰਸਾਰ ਦੇ ਵਿੱਚ। ਤਾਂ ਹੀ ਤਾਂ ਮਹਾਰਾਜ ਕਹਿੰਦੇ ਇੱਕ ਦੁੱਖ ਰਾਮ ਰਾਏ, ਕਾਟੋ ਮੇਰਾ ਅਗਨ ਦਹਿ, ਅਰ ਗਰਭ ਬਸੇਰਾ। ਸੱਚੇ ਪਾਤਸ਼ਾਹ ਮੇਰੇ ਇਹ ਦੁੱਖ ਦੂਰ ਕਰ ਦੇ ਜੀਵਨ 'ਚ। ਮੈਂ ਬੜਾ ਦੁਖੀ ਹਾਂ ਸੰਸਾਰ ਦੇ ਅੰਦਰ। ਇਸ ਕਰਕੇ ਉੱਥੇ ਕਹਿਣ ਲੱਗੇ ਗੁਰੂ ਅਰਜਨ ਦੇਵ ਜੀ ਮਹਾਰਾਜ, ਕਹਿੰਦੇ ਕੋਈ ਬੰਦਾ ਵਸਦਾ ਹੋਵੇ ਸਵਰਗ ਲੋਕ ਦੇ ਵਿੱਚ, ਪ੍ਰਿਥਵੀ ਦੇ 9 ਖੰਡ ਜਿੱਤ ਲਏ ਹੋਣ, ਪਰ ਜੇ ਉਹਨੂੰ ਰੱਬ ਭੁੱਲਿਆ ਹੋਇਆ ਨਾ ਤੇ ਉਹਨੂੰ ਸੁਖੀ ਨਾ ਸਮਝੋ। ਤੁਹਾਨੂੰ ਲੱਗਦਾ ਹੋਏਗਾ ਵੀ ਬੜੀ ਵੱਡੀ ਕੋਠੀ ਪਾ ਕੇ ਬੈਠਾ, ਬੜੀਆਂ ਕਾਰਾਂ ਨੇ ਇਸਦੇ ਕੋਲ, ਬੜੇ ਸੁੱਖ ਨੇ। ਮਹਾਰਾਜ ਕਹਿੰਦੇ ਵਿਸਰੰਤ ਹਰ ਗੋਪਾਲ ਹੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣਾ। ਉਹ ਮਨੁੱਖ ਇਸ ਤਰ੍ਹਾਂ ਜਿਵੇਂ ਜੰਗਲ 'ਚ ਰਸਤਾ ਕੋਈ ਭੁੱਲ ਜਾਂਦਾ ਹੈ। ਭਿਆਨਕ ਜੰਗਲ, ਰਸਤਾ ਭੁੱਲ ਗਿਆ, ਬੰਦੇ ਦਾ ਹਾਲ ਕੀ ਹੁੰਦਾ। ਇੱਕ ਮੈਂ ਸਿੱਖਿਆ ਵਾਸਤੇ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਾਂ। ਇੱਕ ਮੈਂ ਗਾਥਾ ਪੜ੍ਹ ਰਿਹਾ ਸੀ। ਇੱਕ ਬੱਚਾ ਸੀ ਘਰ ਦੇ ਅੰਦਰ। ਇਹ ਸਾਰਿਆਂ ਨੂੰ ਸਾਖੀ ਜਿਹੜੀ ਹੈ ਨਾ, ਇਹ ਸਾਨੂੰ ਸਿੱਖਿਆ ਦੇਗੀ। ਪਿਤਾ ਬਜ਼ੁਰਗ ਹੋ ਗਿਆ, ਮਾਂ ਪਹਿਲਾਂ ਗੁਜ਼ਰ ਚੁੱਕੀ ਸੀ। ਪਿਤਾ ਬਜ਼ੁਰਗ ਸੀ ਤੇ ਹੁਣ ਜਦੋਂ ਉਮਰ ਵਧੇਰੇ ਹੋਈ ਤੇ ਖੰਘ ਰਹਿਣੀ ਸ਼ੁਰੂ ਹੋ ਗਈ, ਬਿਮਾਰ ਰਹਿਣਾ ਸ਼ੁਰੂ ਹੋ ਗਿਆ। ਬੇਟੇ ਨੇ ਤੇ ਉਸਦੀ ਨੂੰਹ ਨੇ ਯਤਨ ਕੀਤਾ ਵੀ ਆਪਾਂ ਇੱਕ ਕੰਮ ਕਰਦੇ ਹਾਂ, ਇਸ ਬਜ਼ੁਰਗ ਨੂੰ ਕਿਤੇ ਤੁਸੀਂ ਮੇਰੀ ਗੱਲ ਮੰਨੋ ਤੇ ਛੱਡ ਦਿਓ। ਉਹ ਕਹਿੰਦਾ ਠੀਕ ਹੈ, ਜਿਵੇਂ ਤੂੰ ਕਹਿੰਦੀ ਹੈ ਮੈਂ ਛੱਡ ਆਉਣਾ।
उस बंदे ने अपने प्यो नूं छड्डण वास्ते टोकरी विच बिठा लिया और सिर ते रख के और जंगल वल तुर पिया भी जंगल विच छड्ड के आ जावांगा। तुरदे 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 बड़ी दूर लंघ गया। मन च सोचे भी इतनी दूर छड्ड के आवां, प्यो वापस मुड़ के घर ना आवे। पर रब दी करनी, रब दी खेड़। जिस प्यो नूं छड्डण वास्ते गया सी, जदों वापस आउण लग्या कुछ दूर चलदा रस्ता भुल गया भी मेरा किस पासे घर है। उस भयानक जंगल दे विच गया होया रस्ता भुल गया। हुण उस रात भी पैण लग पई और उस तो पहला पहला जंगल तो बाहर आउणा। मन विच बड़ी दुविधा खड़ी हो गई भी हुण की बने मेरा। वापस प्यो कोल चला गया, कहण लगा पिता श्री मैं रस्ता भुल गया और घर दा रस्ता हत्थ नहीं लग रहा। मैं चारे पासे घूम के वेख लिया पर रस्ता नहीं लभ रहा। पता प्यो की कहंदा है, बेटा मैनू पता सी तू रस्ता भुल जाएगा। एक बार उच्चारण करो सतनाम। मैनू पता सी मेरे पुत्र ने रस्ता भुल जाना है। जिस रस्ते असी आया ना, मैं पत्ते तोड़ तोड़ के सिੱਟਦਾ आया। जिथे हरे पत्ते पे होणगे समझ लो तेरे घर वाल रस्ता जा रहा है। पुत्र दी अखां विच अथरू आ गए भी जिस प्यो नूं मैं छड्डण वास्ते आया तंग होके भी मेरा प्यो खंगदा रहिंदा, मेरी घरवाली भी कहंदी भी हुण घरों काढ़ दिओ, जंगल च छड्ड आओ। पर मेरे पिता नूं इह सी कि जंगल च छड्डण जा रहा है और मेरे प्यो नूं हुणे भी तरस है। मैनू तरस नहीं आया अपने प्यो दे उत्ते, पर मेरे प्यो नूं तरस है भी मेरा पुत्र रस्ता भुल जाएगा तो ये जंगल तो बाहर किवें जाएगा। कहने मैं पत्ते तोड़ के आया, जिथे हरे पत्ते तैनूं मिलणगे उस हरे पत्तियां दे रस्ते चला जाई, तैनूं तेरे घर दा रस्ता मिल जाएगा। ये कहण लगा हुण मैं कल्ला नहीं जावांगा, हुण तुहानूं नाल लैके जावांगा क्योंकि मैनूं तुसीं तुहाडी विचार ने मेरियां अखां खोल दित्तियां कि मैं समझदा सी मेरा प्यो बुजुर्ग हो गया, हुण घर रखण जोगा नहीं, पर मेरा प्यो अजे भी अपने पुत्र वास्ते इतना कुछ सोचदा है। ये सच है कि साडे बड़े साडे वास्ते इतना कुछ सोचते हैं पर असी उन्हां दा कदी ख्याल नहीं करते। उन्होंने फिर भी फिक्र सी मेरा पुत्र रस्ता भुल जाएगा। सच जानना इस संसार दे विच अकाल पुरख वाहिगुरू रस्ता देण वाला है। असी संसार दे विच रस्ता भुल जाते हैं उस भयानक जंगल दे विच। तां इस तरह समझो जिस तरह कोई जीव आत्मा कोई बंदा खूह च डिग्या, जिहड़ा खूह बड़ा भयानक है, ते संसार समुंदर जिहड़ा इस तरह की खूही है जिस दे विच साडी जीव आत्मा उस दे विच पई हुई है। इन्हां दुखां दे विच असीं जी रहे हैं। ते कहण लगे अगले वचन, ना को साथी ना को बेली। बाबा जी कहण लगे ना कोई मेरा साथी है, ना ही इन्हां दुखां विच कोई मेरा बेली है। पाओ कि मेरा मददगार भी कोई नहीं। दुखां 'च कोई मददगार नहीं हुंदा। फिर मैं बेनती करा सुख दे विच फिर साथी बन जाणगे पर दुख दे विच नहीं। सुख में आन बहुत मिल बैठत, रहत चहूँ दिस घेरै, विपत परी सब ही संग छाड़त, कोऊ ना आवत नेरै। दुख अज ही तुहाडे कोल आया, सारे लोग साथ छड़ के चले जाते। ना को साथी ना को बेली, मार कहने कर कृपा प्रभुसाद संग मेली, जां फिर देखा ता मेरा अल्लाह बेली। बाबा जी कहन लगे, कहते हुण जदों प्रभु ने मेहर करके मैनू सत्संगत विच मिलाया, कर कृपा प्रभु दा अर्थ है प्रभु ने कृपा करके जदों मैनू सत्संगत विच मिलाया, सत्संगत दे नाल मिलिया, तां जां फिर देखा तां मेरा अल्लाह बेली। सत्संगत विच आके जदों मैं वेखदी हां तां मैनू मेरा रब बेली दिसन लग पिया भी मेरा मददगार तां अकाल पुरख वाहिगुरू है। जे कोई साथ नहीं देंदा ना, जे कोई साथी नहीं ना, तां अकाल पुरख वाहिगुरू तां मेरा साथी है ना, वाहिगुरू जी दा मेरा मददगार है ना। कोई साथी ना बने। फिर मैं बेनती करा अकाल पुरख वाहिगुरू दा साथ होवे तां संसार सुख दे विच असीं जी सकदे हां, संसार दे विच सुख दे विच जिंदगी जी सकदे हां। नहीं इन्हां दुखां विच किसी ने साथी नहीं बनना, संसार ने तो बिल्कुल नहीं बनना। इत्थे तां जिचर पैनन खावने तिचर रखन गंढ, जिस दिन कछू ना होवे तिस दिन बोलन गंध। जब तक तुहाडे कोल खाण पाण वास्ते है तां तुहाडे नाल संबंध है, जिस दिन खाण पीण वास्ते नहीं होएगा तो ये गंढ टुट जाण वाली है। इत्थे तक विद्वान कहता सब होते हैं अपने जब जर पास होता है, टूट जाता है वो रिश्ता गरीबी में जो खास होता है। ये संसार केवल धन वास्ते एक दूजे नाल जुड़ता है, पर एक अकाल पुरख वाहिगुरू है कि जिहड़ा हर हालत विच साडा साथी बन के रहिंदा है। इस करके उस नाल जुड़िए,
वो ऐसा साथी है। महाराज कहते जिथे हर आराधिए तिथे हरमित सहाई, गुर कृपा ते हरमन वसै होरत विद लिया ना जाई। हर धर्म संचिए भाई, जे हलत पलत हर होए सकाई। नाम संच लै, इस लोक विच भी सहायता करेगा पर लोक विच भी मदद करेगा। नाम संच लै। भगत जी कहन लगे सत्संगत विच आके मैनू पता लग्या, मैं वेखदी हाँ भी कोई साथी नहीं, पर पता चलिया कि मेरा अल्लाह मेरा रब मैनू वेली दिसन लग पिया, मैनू मेरा साथी दिसन लग पिया। मेरा साथी वो अकाल पुरख वाहिगुरू है। सच है संसार दे विच कोई भी साडा ना होवे, वो अकाल पुरख वाहिगुरू हर वेले साडा है। असी मनीए भावें ना मनीए, पर हर वेले वो साडे नाल है। फिर सतगुरु कहन लगे वाट हमारी खरी उडीनी, खन्यो तिकी बहुत पेनी। आखन लगे भगत जी कि साडा ये जीवन पंथ बड़ा भयानक है। वाट का अर्थ होंदा रस्ता, पाओ पंथ मार्ग। कहते वाट हमारी खरी उडीनी, खरी का अर्थ है बहुत ज़्यादा, उडीनी का अर्थ है भयानक है। जिमें जंगल विच तूफान आया होवे ना, तो वो देख के बड़ा डरावना लगता है। इस तरह ये संसार बड़ा डरावना है। ये रस्ता कहते ने भगत जी जीवन पंथ बड़ा भयानक है। ये तो तुसी संसार नूं किते ध्यान नाल तक्या करो। सानू तां नहीं पता लगता ना, असी अपने तो उपर वालियां नूं देखी जाने। जब थल्ले देखांगे ना लोकां नूं, उन्हां विच जावांगे, फिर पता चलदा कितने कितने लोग दुखी ने। एक बारी दासां ने एक मिशन शुरू किया सी भी जिहड़े गरीब लोग ने उन्हां कोल जाके मिलीए। जदों कुछ परिवारां नूं जाके मिले, लोकां नाल गल्लां बातां कीतियां, पता चला कितने लोग दुखी ने। अन्न दा प्रबंध नहीं, इशनान करन वास्ते बाथरूम नहीं लोकां कोल, खाण वास्ते भोजन नहीं, रहण वास्ते घर नहीं। कितनी दुनिया दुखी है। पटरियां दे भी लोग नहीं रात नूं रहण दिंदे। जदों आपां महलां वालां नूं छड्डना, जदों आपां थल्ले वालां नूं वेखदे, फिर पता लगदा भी वाकई किद्दां संसार दे लोग जी रहे ने। इस करके गुरबाणी पता की कहंदी है, जदों सुख चाहुंदा है ना, एक काम कर, सुख चाहुंदा है ते धन दे मामले विच अपने तो थल्ले वालियां नूं वेख्या कर। जे तो सुख चाहुंदा है ते धर्म दे विच अपने तो उपर वालियां नूं वेख्या कर। जिहड़े धर्म च अगे लंघे ने उन्हां नूं वेख्या कर, सुख मिलेगा। जिहड़े धन विच पिछे रह गए ने उन्हां नूं वेख्या कर, तैनूं सुख मिलेगा। असीं क्यों दुखी होंदे हां? वड्डी कोठी वेख लई, उस वेले कलप जांदे, मेरे कोल तां नहीं। धर्म के मामले च नहीं देखते। धर्म के वाले नीचे वाले वो भी तो इदा ही करते, उन्हें तो अमृत छक्या होया, वो भी तो ये करता, वो भी ये करता। उत्थे असीं थल्ले वाले नूं वेखदे हां, जिहदे विच गलतियां ने, खामियां ने। असीं उपर वाले नूं वेखदे भी सातों अगे जिहड़े ने उन्हां नूं नहीं वेखदे। अकल सच है। बाबा जी कहते हैं साडा ये जीवन पंथ बड़ा भयानक है। पंथ वाट हमारी खरी उडीनी, खन्यो तिक्की बहुत पीनी। खंडे नालों तिक्का ते बड़ी तेज धार वाला ये रस्ता है। इसनूं तां बाबा अमरदास जी ने आख्या, भगतां की चाल निराली, चाला निराली भगतां केरी, विखम मार्ग चलना, लब लोभ अहंकार तर तृष्णा, बहुत नाही बोलना, खन्यो तिक्की वालो निकी, एत मार्ग जाना, गुर प्रसादी जिनी आप तजया, हर वासना समाणी, कह नानक चाल भगतां जुगो जुग निराली। ये मार्ग है ही औखा, सौखा नहीं है। इस गल नूं समझना। खन्यो तिक्की बहुत पीनी, कहन लगे एक खंडे नालों तिखा ते बड़ी तेज धार वाला। बड़ी पीनी का अर्थ तेज धार वाला। ये संसार जिहड़ा ये जिहड़ा मार्ग जिहदे उत्ते असीं तुर रहे हैं, जिवें तेज धार की कोई चीज़ होवे ना, उहदे उत्ते तुरिया नहीं जा सकता। खंडा होवे नोकीला, उहदे उत्ते पैर नहीं रखा जा सकता ना। इस तरह संसार विच तुरना, जिंदगी जीवना इतना ही औखा है इन्हां संसार के दुखों विच। फिर कहन लगे उस ऊपर है मार्ग मेरा, सेक फरीदा पंथ सवार सवेरा। बाबा फरीद जी कहन लगे, कहंदे ने उस दे उत्ते कहंदे मेरा रस्ता है, मार्ग, असां उत्थों लंघना है। क्योंकि उस रस्ते ते खंडे दे उत्तों लंघना है, और उसते बड़ी जिहड़े तेजधार हथियार है उसदे उपरों लंघना है। उस दे उत्ते मेरा मार्ग है, उस दे उत्ते मेरा रस्ता है। उस ऊपर है मार्ग मेरा, सेख फरीदा पंथ संवार समेरा। बाबा शेख फरीद जी कहते इस वास्ते हे फरीद सवेरे सवेरे रस्ता साम लै, पाओ कि छेती कर उस मार्ग के उत्ते चलना शुरू कर दे, उसकी संभाल करनी शुरू कर दे।
क्योंकि पता नहीं अगे समा भयानक आ गया, उस रस्ते ते तुरया जाएगा कि नहीं, हुणे तो तुरना सिख लै। इस तरह कहना चाहते। जिमें तुसीं वेखो ना जिहड़े नाटक करते ने, ये नट हुंदे ने जिहड़े, बरीक जी रस्सी तो नदी नूं एक पासे ते दूजे पासे पार कर जाते। तुहानूं कोई कहे भी इस रस्सी दे उत्ते नदी पार कर जाओ, नहीं कर सकते। वो क्यों कर जाते हैं? क्योंकि उन्होंने अभ्यास हो गया है। इस तरह ही जिंदगी जीण का अभ्यास कर लीए तो फिर जिंदगी सौखी हो जानी है। जे नाम अभ्यास नहीं करांगे, मालक के चरणों नाल नहीं जुड़ांगे, तो इस संसार दे विच जीवना, इन्हां दुखों का मुकाबला करना बड़ा औखा है। इस करके जे इन्हां तो असी बचना चाहुंदे हैं और इन्हां दा मुकाबला करना चाहुंदे हैं, तो हुणे ही बाबा शेख फरीद जी कहंदे ने, अपना रस्ता जिहड़ा सवार लै, इस रस्ते नूं संभाल लै, इसकी तैयारी कर लै, अभ्यासी बन जा। क्योंकि दुखों का मुकाबला करने वास्ते अभ्यास चाहिए। जदों अभ्यास हो जाएगा तू कहेगा दुख नाही सब सुख ही है रे, एक ही एक नित्य बुरा नहीं, सब भला ही है रे, हार नहीं सब जेता। फिर नहीं कहेगा दुख है कोई, कहते दुख है सुख ही सुख है। कहते तू कहेगा बुरा तो कुछ है ही नहीं, सब चंगा ही कर रहा अकाल पुरख जो कर रहा है। हार तक तो हो ही नहीं, जित्ती जित हो रही है। पर कदों? जदों अभ्यासी बन जावांगे। अज दे शब्द विच ये अभ्यास बाबा फरीद जी साडा करा रहे हैं भी जे दुखों तो बचना तो इस रस्ते दे वास्ते हुणे ही तुसीं संभाल करो, तो छेती छेती पाओ कि उम्र रहिंदी ही ये ना होवे भी बाद च वेख लांगे, अजे किहड़ा बुढ़े हो गए हाँ। जदों बाद दा समा तो इस वास्ते ही है, हुण तेरे कोल समा, हुणे ही उस रब की बंदगी करके अपने जीवन में सवार ते संगार। ये विचार अज दे शब्द विच साडे सामने रखी है। इतने वचन प्रवान मेरिया भुल्लां मेरी झोली विच पा जाना, गुरु के वचन अपने हृदय विच वसा के जीवन में सफला करना जी। फतेह दी सांड करो। आखो जी वाहिगुरू जी का खालसा, वाहिगुरू जी की फतेह।